ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਿਸ ਤੇ ਦੁਖਨ ਦੁਖ ਰੁਜਤੀਨ, ਬਾਤ ਪਿਤ ਕਫ ਕਰਤਾਹੀਨ। ਮੁਕਤ ਜੁਗਤ ਉੱਤਮ ਪਦ ਪਾਵੈ, ਸੁਖੀ ਹੋਏ ਨਹਿ ਅਵਗਤ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ, ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਹੈ। ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲ ਤੋ ਭਇਓ ਅਰੂੜਾ। ਅਨਹਤ ਧੁਨ ਵਾਜੈ ਹੈ ਨਿਤ ਵਾਜੇ, ਗੁਰ ਸ਼ਬਦੀ ਧਾਰ ਰਸ ਲੀੜਾ। ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਕਵੀ ਚੰਦਨ ਮਨ ਵਿੱਚ ਬੜੀ ਹਉਮੈ ਸੀ, ਮੇਰੇ ਵਰਗੀ ਕਵਿਤਾ ਕੌਣ ਉਚਾਰਨ ਕਰ ਸਕਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਪਾਵਨ ਦਰਬਾਰ ਵਿੱਚ ਚੱਲ ਕੇ ਆਇਆ। ਮਹਾਰਾਜਿਆਂ ਨੂੰ ਕਹਿਣ ਲੱਗਿਆ, ਸਤਿਗੁਰੂ ਜੀ ਤੁਹਾਡੇ ਦਰਬਾਰ ਦੇ ਜਿਹੜੇ ਕਵੀ ਹਨ, ਉਹਨਾਂ ਨੂੰ ਕਵਿਤਾ ਉਚਾਰਨ ਦਾ, ਕਵਿਤ ਸਵਈਏ ਉਚਾਰਨ ਦਾ ਇੰਨਾ ਗਿਆਨ ਨਹੀਂ ਹੈ। ਹਾਂ, ਜੇ ਆਪ ਜੀ ਨੇ ਪਰਖ ਕਰਨੀ ਹੈ, ਮੈਂ ਇੱਕ ਸਵਈਆ ਉਚਾਰਨ ਕਰਦਾ ਹਾਂ ਜਿਹਦੇ ਅਰਥ ਆਪ ਜੀ ਦਾ ਕੋਈ ਕਵੀ ਕਰਕੇ ਸੁਣਾਏ। ਜਦੋਂ ਉਹਨੇ ਸਵਈਆ ਉਚਾਰਿਆ, ਮਹਾਰਾਜ ਜੀ ਹੱਸ ਕੇ ਕਹਿੰਦੇ ਵੀ ਇਹੋ ਜਿਹੀ ਕਵਿਤਾ ਤਾਂ ਗੁਰੂ ਘਰ ਦੇ ਜਿਹੜੇ ਘਾਈ ਹਨ, ਤੁਰੇ ਜਾਂਦੇ ਗੱਲਾਂ ਬਾਤਾਂ ਰਾਹੀਂ ਇਹੋ ਜਿਹੀ ਕਵਿਤਾ ਤਾਂ ਉਹ ਉਚਾਰਨ ਕਰ ਲੈਂਦੇ। ਚੰਦਨ ਕਹਿੰਦਾ, ਮਹਾਰਾਜ ਫਿਰ ਆਪਦਾ ਕੋਈ ਘਾਈ ਬੁਲਾਉਣਾ ਕਰੋ ਜਿਹੜਾ ਇਸ ਸਵਈਏ ਦੇ ਅਰਥ ਕਰੇ। ਮਹਾਰਾਜ ਜੀਆਂ ਨੇ ਭਾਈ ਧੰਨਾ ਸਿੰਘ ਨੂੰ ਬੁਲਾਇਆ। ਭਾਈ ਧੰਨਾ ਸਿੰਘ ਨੇ ਚੰਦਨ ਕਵੀ ਦੀ ਉਚਾਰੀ ਹੋਈ ਕਵਿਤਾ ਦੇ ਅਰਥ ਕਰਕੇ ਸੁਣਾਏ। ਮਹਾਰਾਜ ਨੇ 9 ਤੇ 7 16 ਦੀ ਗੱਲ ਕੀਤੀ ਹੈ। ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਬਿਹਾਏ। ਮਹਾਰਾਜ 9 ਵਰਿਆਂ ਦੀ 16 ਵਰਿਆਂ ਦੀ ਲੜਕੀ ਹੈ, ਔਰ 16 ਹੀ ਉਹਨੇ ਸ਼ਿੰਗਾਰ ਕੀਤੇ। 16 ਮਹੀਨਿਆਂ ਬਾਅਦ ਉਹਦਾ ਪਤੀ ਘਰ ਆਇਆ। 16 ਨਰਦਾਂ ਦੀ ਉਹਨੇ ਚੌਪੜ ਵਿਛਾਈ, ਖੇਡਿਆ, ਔਰ ਉਹਦਾ ਪਤੀ ਜਿੱਤ ਗਿਆ। ਆਹ ਕੁਝ ਨੇ ਆਪਣੀ ਕਵਿਤਾ ਵਿੱਚ ਲਿਖਿਆ। ਫਿਰ ਮਹਾਰਾਜ ਜੀ ਕਹਿੰਦੇ, ਭਾਈ ਧੰਨਾ ਸਿੰਘ ਹੁਣ ਤੂੰ ਕਵਿਤਾ ਉਚਾਰਨ ਕਰ, ਇਹਦੇ ਕੋਲੋਂ ਅਰਥ ਸੁਣਾਉਂਦੇ। ਜਦੋਂ ਭਾਈ ਧੰਨਾ ਸਿੰਘ ਜੀ ਨੇ ਕਵਿਤਾ ਉਚਾਰਨ ਕੀਤੀ, ਚੰਦਨ ਕਵੀ ਨੂੰ ਅਰਥਾਂ ਦੀ ਸਮਝ ਨਹੀਂ ਆਈ, ਕਿਉਂਕਿ ਵਿਸ਼ਰਾਮ ਜਿਹੜੇ ਸਨ ਭਾਈ ਧੰਨਾ ਸਿੰਘ ਨੇ ਐਸੀ ਸੂਝ ਬੂਝ ਨਾਲ ਲਾਏ
ਕਿ ਚੰਦਨ ਕਵੀ ਮਹਾਰਾਜਿਆਂ ਦੇ ਚਰਨੀ ਢਹਿ ਪਿਆ। ਮਹਾਰਾਜ ਜੀ ਦੇ ਸਿਰ ਤੇ ਆਪ ਜੀ ਹੱਥ ਰੱਖਦੇ ਹੋ, ਉਹਦੇ ਤੇ ਮਹਾਨ ਕਿਰਪਾ ਰਹਿਮਤ ਬਰਸ ਜਾਂਦੀ ਹੈ। ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਖਧਾਰੀ। ਮਹਾਰਾਜ ਜੀ ਮੂਰਖਾਂ ਨੂੰ ਆਪ ਜੀ ਵਿਦਵਾਨ ਪੰਡਿਤ ਬਣਾ ਦਿੰਦੇ ਹੋ, ਔਰ ਜਿਹੜਾ ਆਪਣੇ ਆਪ ਵਿੱਚ ਮਾਣ ਕਰਦਾ ਹੈ ਕਿ ਮੈਂ ਵਿਦਵਾਨ ਹਾਂ, ਮੈਂ ਪੰਡਿਤ ਹਾਂ, ਉਹਦਾ ਆਪ ਜੀ ਦੇ ਸਾਹਮਣੇ ਜਿਹੜਾ ਹੰਕਾਰ ਕਰੇ ਉਹ ਮੂਰਖ ਹੋ ਜਾਂਦਾ ਹੈ। ਚਤੁਰ ਬੇਤਾ ਜਿਹੜਾ ਆਪਣੇ ਆਪ ਨੂੰ ਸਮਝਦਾ ਹੈ, ਉਹਦਾ ਸਾਰਾ ਗਿਆਨ ਮਹਾਰਾਜ ਜੀਓ ਗਿਆਨ ਤੋਂ ਹੀਣਾ ਹੋ ਜਾਂਦਾ ਹੈ, ਖਾਲੀ ਹੋ ਜਾਂਦਾ ਹੈ। ਪੰਡਿਤ ਬ੍ਰਿਜ ਲਾਲ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਇਆ। ਸਤਿਗੁਰੂ ਜੀ ਸੁਪਨੇ ਦੇ ਵਿੱਚ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਦੀਦਾਰ ਹੋਏ। ਸਤਿਗੁਰੂ ਜੀ ਕਹਿੰਦੇ, ਭਾਈ ਤੂੰ ਸਤਿਗੁਰਾਂ ਦਾ ਪਿਆਰਾ ਹੈ, ਤੇਰੇ ਤੇ ਬਖਸ਼ਿਸ਼ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਤੇਰੇ ਤੇ ਰਹਿਮਤ ਵਰਸਦੀ ਹੈ। ਇੱਕ ਸਿੱਖ ਕਹਿਣ ਲੱਗਿਆ, ਮਹਾਰਾਜ ਮੈਂ ਸਰਾਂ ਦੇ ਵਿੱਚ ਦੇਖਿਆ, ਇਉਂ ਲੱਗਿਆ ਕਿ ਇੱਕ ਸਿੱਖ ਨੂੰ ਕੋਈ ਪਰਾਈ ਸ਼ੈ ਚਿੰਬੜੀ ਹੋਵੇ। ਮਹਾਰਾਜ ਜੀ ਕਹਿੰਦੇ, ਭਾਈ ਫਿਰ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਕਿਉਂਕਿ ਜਿਸ ਸਿੱਖ ਦੇ ਹਿਰਦੇ ਅੰਦਰ ਜਪਜੀ ਸਾਹਿਬ ਹੈ, ਉਹਨੂੰ ਦੁਨੀਆ ਦੀ ਕੋਈ ਸ਼ੈ, ਕੋਈ ਡਰ, ਕੋਈ ਚਿੰਤਾ ਫਿਕਰ ਉਹਦੇ ਨੇੜੇ ਨਹੀਂ ਆਉਂਦੀ, ਜਿਹਨੂੰ ਜਪਜੀ ਸਾਹਿਬ ਤੇ ਭਰੋਸਾ ਹੈ। ਮਹਾਰਾਜਿਆਂ ਨੇ, ਗੁਰਸਿੱਖਾਂ ਨੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਮਹਿਮਾ ਸਤਿਗੁਰੂ ਜੀ ਆਪ ਬਖਸ਼ਿਸ਼ ਕਰੋ। ਮਹਾਰਾਜ ਜੀ ਕਹਿਣ ਲੱਗੇ, ਭਾਈ ਪਰਮ ਮੰਤਰ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ। ਜਦੋਂ ਸਿੱਧ ਆਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਦੇ ਕੋਲ, ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਕਰਤਾਰਪੁਰ ਸਾਹਿਬ ਵਿਖੇ ਹੀ ਹਨ, ਔਰ ਸਿੱਧ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ। ਔਰ ਸਿੱਧਾਂ ਨੇ ਆ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਸਵਾਲ ਕੀਤਾ ਕਿ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਦਾ ਮਾਲਾ ਮੰਤਰ ਕੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਸਿੱਧ ਇਉਂ ਬਚਨ ਕਰਦੇ ਹਨ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਾਲਾ ਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ। ਜਿਨ੍ਹਾਂ ਨੇ ਸ੍ਰੀ ਜਪਜੀ ਸਾਹਿਬ ਦਾ ਜਪ ਕੀਤਾ ਹੈ, ਉਹਨੂੰ ਸਮਗਰ ਸੁੱਖ ਜਿਹੜੇ ਹਨ ਉਹ ਪ੍ਰਾਪਤ ਹੋਏ ਹਨ। ਇਸ ਕਰਕੇ ਮਨ ਬਾਂਛਤ ਸਿਮਰਿਓ ਜਿਨ ਰਿਦ ਧਰ। ਸ੍ਰੀ ਜਪਜੀ ਸਾਹਿਬ ਦੇ ਜਿਹੜੇ ਮੂਲ ਮੰਤਰ ਦੇ 25 ਅੱਖਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਖਸ਼ਿਸ਼ ਕਰਦੇ। ਇੱਕ ਓੰਕਾਰ, ਇੱਕ ਅੱਖਰ ਗਿਣਿਆ, ਔਰ ਅਕਾਲ ਮੂਰਤ ਤੱਕ 25 ਅੱਖਰ ਬਣਦੇ। ਅੱਗੇ ਇਹਨਾਂ ਦੀ ਗਿਣਤੀ ਜਿਹੜੀ ਸੰਪੂਰਨ ਹੈ ਉਹ 36 ਅੱਖਰ ਬਣਦੀ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਜਿਨ੍ਹਾਂ ਨੇ ਮਨ ਲਾ ਕਰਕੇ 25 ਅੱਖਰਾਂ ਦਾ ਜਪ ਕੀਤਾ ਹੈ, ਬਾਂਛਤ ਦੇ ਸਿਮਰਿਓ ਜਿਨ ਰਿਦ ਧਰ, ਔਰ ਉਹਨੂੰ ਮਨ ਬਾਂਛਤ ਫਲ ਪਰਮੇਸ਼ਰ ਬਖਸ਼ਿਸ਼ ਕਰਦਾ ਹੈ। ਜਿਨ੍ਹਾਂ ਨੇ ਹਿਰਦੇ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਸਿਮਰਨ ਕੀਤਾ, ਦਿਆਲੂ ਹੋ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਹੋਇਆਂ ਗੁਰਸਿੱਖਾਂ ਨੂੰ ਨਿਹਾਲ ਕਰਦਿਆਂ ਛੇਵੇਂ ਜਾਮੇ ਦੇ ਅੰਦਰ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ।
ਜਦੋਂ ਮਹਾਰਾਜਿਆਂ ਨੇ ਕਿਹਾ ਕਿ ਭਾਈ ਕੋਈ ਗੁਰਸਿੱਖ ਸਾਨੂੰ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਸ਼ੁੱਧ ਪਾਠ ਕਰਕੇ ਸੁਣਾਏ। ਭਾਈ ਗੋਪਾਲਾ ਜੀ ਮਹਾਰਾਜਿਆਂ ਦੇ ਸਨਮੁਖ ਬੈਠੇ ਹਨ। ਉੱਚੇ ਆਸਣ ਤੇ ਭਾਈ ਗੋਪਾਲਾ ਜੀ ਨੂੰ ਬਿਠਾਇਆ। ਸ੍ਰੀ ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲਾ ਜੀ ਕਰਨ ਲੱਗੇ। ਸ਼ੁੱਧ ਪਾਠ ਉਚਾਰਨ ਕਰਦਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੰਨੇ ਦਿਆਲੂ ਹੋਏ ਭਾਈ ਗੋਪਾਲਾ ਜੀ ਤੇ ਕਿ ਗੁਰਿਆਈ ਦਾ ਤਖਤ ਮਹਾਰਾਜ ਜੀ ਬਖਸ਼ ਦੇਣ ਲੱਗੇ। ਕਾਬਲ ਤੋਂ ਗੁਰਸਿੱਖ ਮਹਾਰਾਜਿਆਂ ਦੇ ਵਾਸਤੇ ਘੋੜੇ ਲੈ ਕਰਕੇ ਆਏ। ਬੜੇ ਸੁੰਦਰ ਘੋੜੇ ਹਨ, ਕਾਠੀਆਂ ਪਾਈਆਂ ਹੋਈਆਂ, ਔਰ ਸਤਿਗੁਰਾਂ ਦੇ ਹਜ਼ੂਰ ਘੋੜੇ ਭੇਟ ਕੀਤੇ। ਭਾਈ ਗੋਪਾਲਾ ਜੀ ਦੇ ਮਨ ਵਿੱਚ ਸੀ ਕਿ ਜੇ ਸਤਿਗੁਰੂ ਜੀ ਖੁਸ਼ ਹੋਏ ਫਿਰ ਮਹਾਰਾਜ ਜੀ ਕਹਿਣਗੇ ਭਾਈ ਕੀ ਚਾਹੀਦਾ ਹੈ, ਫਿਰ ਮੈਂ ਮਹਾਰਾਜਿਆਂ ਦੇ ਪਾਸੋਂ ਇੱਕ ਘੋੜਾ ਮੰਗਾਂਗੇ, ਮਹਾਰਾਜ ਇੱਕ ਘੋੜਾ ਮੈਨੂੰ ਦੇ ਦਿਓ। ਜਪਜੀ ਸਾਹਿਬ ਪਾਠ ਕਰਦਿਆਂ ਕਰਦਿਆਂ ਮਨ ਵਿੱਚ ਫੁਰਨਾ ਆਇਆ ਭਾਈ ਗੋਪਾਲਾ ਜੀ ਦੇ। ਮਹਾਰਾਜ ਜੀ ਉਸੇ ਤਰ੍ਹਾਂ ਹੀ ਫਿਰ ਆਸਣ ਤੇ ਬਹਿ ਗਏ। ਪਾਠ ਦਾ ਭੋਗ ਪਿਆ। ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖੋ ਘੋੜਾ ਲੈ ਕੇ ਆਓ ਜਿਹੜਾ ਗੁਰਸਿੱਖ ਕਾਬਲ ਤੋਂ ਲੈ ਕੇ ਆਇਆ। ਭਾਈ ਗੋਪਾਲਾ ਅਸੀਂ ਤਾਂ ਤੈਨੂੰ ਕੁਝ ਹੋਰ ਦੇਣਾ ਚਾਹੁੰਦੇ ਸਾਂ, ਪਰ ਤੇਰਾ ਜਿਹੜਾ ਫੁਰਨਾ ਹੈ, ਤੇਰੀ ਜਿਹੜੀ ਬਿਰਤੀ ਹੈ, ਤੇਰੀ ਇੱਛਾ ਸੀ ਕਿ ਮੈਨੂੰ ਘੋੜਾ ਮਿਲੇ। ਮਹਾਰਾਜਿਆਂ ਨੇ ਕਾਠੀ ਸਮੇਤ ਘੋੜਾ ਜਿਹੜਾ ਸੀ ਖੁਸ਼ ਹੋ ਕਰਕੇ ਭਾਈ ਗੋਪਾਲਾ ਜੀ ਨੂੰ ਬਖਸ਼ਿਸ਼ ਕੀਤਾ। ਦੋਹਾਂ ਲੋਕਾਂ ਦਾ ਸੁੱਖ ਜਿਹੜਾ ਹੈ ਸ੍ਰੀ ਜਪਜੀ ਸਾਹਿਬ ਦੇ ਪਾਠ ਵਿੱਚੋਂ ਪ੍ਰਾਪਤ ਹੁੰਦਾ ਹੈ। ਜੇ ਕੋਈ ਮਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ। ਉਹ ਮਹਾਰਾਜਿਆਂ ਨੇ ਕਿਹਾ ਕਰਨ ਅਰਥ ਕਰਿਓ ਗੁਰਦਿਆਲ, ਅਜੱਪਾ ਜਪ ਜਿਹੜਾ ਕਰਦਾ ਹੈ, ਕਹਿ ਰਸਨਾ ਰਸ ਤੇ ਮਨ ਰਪੈ। ਰਸਨਾ ਦੁਆਰਾ ਮਨ ਕਰਕੇ ਜਿਹੜਾ ਰਟਨ ਕਰਦਾ, ਸਵਾਸ ਸਵਾਸ ਜਪਦਾ ਹੈ, ਉਹਨੂੰ ਸਦੀਵ ਕਾਲ ਲਈ ਮਨ ਦਾ ਸੁਖ ਪ੍ਰਾਪਤ ਹੁੰਦਾ ਹੈ। ਤਿਸ ਤੇ ਦੁੱਖ ਰੁੱਝ ਤਿੰਨ ਤਰ੍ਹਾਂ ਦੇ ਦੁੱਖ ਹਨ। ਦੁੱਖ ਔਰ ਰੁੱਝ। ਦੁੱਖਨ ਕਹਿੰਦੇ ਹਨ ਆਦ ਵਿਆਦ ਉਪਾਦ। ਜਿਹੜੇ ਸਰੀਰ ਦੇ ਦੁੱਖ ਹਨ, ਤਿੰਨ ਤਰ੍ਹਾਂ ਦੇ ਦੁੱਖ ਹਨ ਸਰੀਰ ਨੂੰ ਜਿਹੜੇ ਲੱਗਦੇ। ਮਨ ਕਰਕੇ ਚਿੰਤਾ ਆ ਜਾਣੀ, ਸਰੀਰਕ ਦੁੱਖ ਲੱਗ ਜਾਣਾ, ਔਰ ਜਦੋਂ ਕੋਈ ਵਿਅਕਤੀ ਦੇ ਦੁਆਰਾ ਸਿਰ ਤੇ ਡਾਂਗ ਸੋਟਾ ਵੱਜ ਜਾਏ ਜਾਂ ਐਕਸੀਡੈਂਟ ਆਦਿ ਹੋ ਜਾਏ, ਉਪਾਧੀ ਆ ਜਾਏ। ਕਹਿਣ ਲੱਗੇ ਤਿੰਨ ਤਰ੍ਹਾਂ ਦੇ ਜਿਹੜੇ ਦੁੱਖ ਹਨ ਜੀਵ ਨੂੰ ਆ ਕਰਕੇ ਘੇਰ ਲੈਂਦੇ। ਔਰ ਰੁੱਝ ਜਿਹੜਾ ਹੈ ਬਾਤ ਪਿੱਤ ਔਰ ਕਫ। ਸਰੀਰਕ ਦੁੱਖ ਹਨ ਜਿਹੜੇ ਕਿ ਜੀਵ ਨੂੰ ਇਹ ਦੁੱਖ ਜਿਹੜਾ ਹੈ ਇਹ ਤੰਗ ਕਰਦਾ ਹੈ। ਜਦੋਂ ਬਾਤ ਦਾ ਜਿਹੜਾ ਬੈਵਾਦੀ ਦਾ ਦੁੱਖ ਹੈ, ਪਿੱਤ ਦਾ ਜਿਹੜਾ ਤਾਪ ਚੜ ਜਾਣਾ, ਟੈਂਪਰੇਚਰ ਵੱਧ ਜਾਣਾ, ਔਰ ਕਫ ਰੋਗ ਜਿਹੜਾ ਹੈ, ਖਾਂਸੀ ਆਦਿ ਬਲਗਮ ਆਦਿ ਜਿਹੜੀ ਹੈ ਸਰੀਰਕ ਦੁੱਖ ਹਨ। ਮਹਾਰਾਜ ਜੀ ਕਹਿੰਦੇ ਜਿਹੜਾ ਮੂਲ ਮੰਤਰ ਦਾ ਜਪ ਕਰਦਾ ਹੈ, 25 ਅੱਖਰਾਂ ਨੂੰ ਇਕਾਗਰਤਾ ਸਹਿਤ ਜਪਦਾ ਹੈ, ਉਹਦੇ ਇਹ ਤਿੰਨੇ ਦੁੱਖ ਜਿਹੜੇ ਹਨ ਉਹ ਨਾਸ਼ ਹੋ ਜਾਂਦੇ। ਜਿਹੜਾ ਕੋਈ ਮਨ ਕਰਕੇ ਭਰੋਸਾ ਕਰਦਾ, ਜਿਨ੍ਹਾਂ ਨੇ ਮਨ ਕਰਕੇ ਜਪਿਆ, ਉਹਨਾਂ ਦੇ ਸਰੀਰਕ ਦੁੱਖ, ਆਤਮਿਕ ਸੁੱਖ, ਮਨ ਦੇ ਵੀ ਦੁੱਖ ਹਨ। ਮਨ ਕਰਕੇ, ਬਚਨ ਕਰਕੇ ਔਰ ਬਾਣੀ ਕਰਕੇ। ਮਨ ਕਰਕੇ ਜੀਵ ਦੁਖੀ ਹੋਣਾ, ਫਿਰ ਬੋਲਾਂ ਕਰਕੇ ਬੋਲ ਬਚਨ ਅਸ਼ੁੱਧ ਹੋ ਜਾਣੇ, ਔਰ ਸਰੀਰ ਕਰਕੇ ਦੁਖੀ ਹੋਣਾ। ਔਰ ਜਦੋਂ ਹਿਰਦੇ ਅੰਦਰ ਸੱਚ ਵਸ ਜਾਏ, ਜਿਨ੍ਹਾਂ ਦੇ ਹਿਰਦੇ ਅੰਦਰ ਅਜੱਪਾ ਜਪ ਵਸ ਗਿਆ, ਉਹਨਾਂ ਦਾ ਮਨ ਸ਼ੁੱਧ ਹੋ ਗਿਆ, ਉਹਨਾਂ ਦੇ ਬਚਨ ਸ਼ੁੱਧ ਹੋ ਗਏ, ਔਰ ਉਹਨਾਂ ਨੂੰ ਪੂਰਨ ਭਰੋਸਾ ਹੋ ਗਿਆ। ਉਹਨਾਂ ਦੀ ਕਿਰਤ ਜਿਹੜੀ ਹੈ, ਸਰੀਰ ਕਰਕੇ ਜਿਹੜੀ ਕਿਰਤ ਕਰਦੇ ਉਹਨਾਂ ਦੀ, ਉਹ ਵੀ ਸ਼ੁੱਧ ਹੋ ਗਈ, ਜਿਨ੍ਹਾਂ ਨੇ ਸ੍ਰੀ ਜਪਜੀ ਸਾਹਿਬ ਤੇ ਭਰੋਸਾ ਕੀਤਾ ਔਰ ਇਕਾਗਰਤਾ ਸਹਿਤ ਜਿਨ੍ਹਾਂ ਨੇ ਜਪਿਆ ਹੈ।
ਸਤਿਗੁਰੂ ਜੀ ਇਉਂ ਸ੍ਰੀ ਜਪਜੀ ਸਾਹਿਬ ਜੀ ਦੀ ਮਹਿਮਾ ਬਿਆਨ ਕਰਦੇ। ਆਓ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਚੌਪਈ। ਤਿਸ ਦੇ ਦੁਖਨ ਦੁਖ ਰੁਜਤੀਨ। ਇਹਦੇ ਕਰਕੇ ਤਿੰਨ ਤਰ੍ਹਾਂ ਦੇ ਜਿਹੜੇ ਦੁੱਖ ਹਨ, ਹਿਰਦੇ ਅੰਦਰੋਂ ਇਹਨਾਂ ਦਾ ਨਾਸ਼ ਹੁੰਦਾ ਹੈ। ਬਾਤ ਪਿਤ ਕਫ ਕਰਤਾ ਹੀਨ। ਬਾਤ ਪਿੱਤ ਔਰ ਕਫ ਇਹ ਸਰੀਰ ਤੋਂ ਹੀਨ ਹੋ ਜਾਂਦੇ, ਇਹਨਾਂ ਦਾ ਨਾਸ਼ ਹੋ ਜਾਂਦਾ ਹੈ। ਮੁਕਤ ਜੁਗਤ ਉੱਤਮ ਪਦ ਪਾਵੇ। ਜੀਵਨ ਮੁਕਤ ਅਵਸਥਾ ਔਰ ਜੀਵਨ ਦੀ ਸੁਚੱਜੀ ਜਿਹੜੀ ਜੁਗਤ ਹੈ, ਜੁਗਤ ਸਹੀ ਜੀਵਨ ਜਿਉਣ ਦਾ ਜਿਹੜਾ ਢੰਗ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕਿਉਂਕਿ ਅਗਿਆਨ ਪੁਣੇ ਦੇ ਵਿੱਚ ਸਵਾਸ ਜਿਹੜੇ ਹਨ ਅਜਾਈ ਚਲੇ ਜਾਂਦੇ, ਪਰ ਜਦੋਂ ਜੀਵਨ ਦਾ ਗਿਆਨ ਹੋਵੇ, ਮਨੁੱਖਾ ਜੀਵਨ ਦੀ ਦੁਰਲੱਭਤਾ ਜੀਵ ਨੂੰ ਮਹਿਸੂਸ ਹੋਵੇ, ਫਿਰ ਇਹਨਾਂ ਸਵਾਸਾਂ ਨੂੰ ਜੀਵ ਸਫਲੇ ਬਣਾ ਲੈਂਦਾ। ਗੁਰਮੁਖਾਂ ਦਾ ਹਰ ਇੱਕ ਸਵਾਸ ਜਿਹੜਾ ਹੈ ਉਹ ਅਜਾਈ ਨਹੀਂ ਜਾਂਦਾ, ਉਹਨਾਂ ਦਾ ਸਫਲਾ ਹੁੰਦਾ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਰੋਮ ਰੋਮ ਕਰਕੇ ਧਿਆਉਂਦੇ। ਸਵਾਸ ਸਵਾਸ ਅਜੱਪਾ ਜਪ ਉਹਨਾਂ ਦੇ ਹਿਰਦੇ ਅੰਦਰੋਂ ਚੱਲਦਾ ਹੈ। ਔਰ ਜਿਹੜਾ ਮਨਮੁਖ ਹੈ, ਮਨ ਦੀ ਮਰਜ਼ੀ ਕਰਨ ਵਾਲਾ, ਸਾਖਤਾਂ ਦਾ ਜਿਹੜਾ ਜੀਵਨ ਹੈ, ਉਹਨਾਂ ਦਾ ਸਮਾਂ ਅਜਾਈ ਚਲਿਆ ਜਾਂਦਾ ਹੈ ਔਰ ਉਹ ਆਵਾਗਮਨ ਦੇ ਚੱਕਰ ਵਿੱਚ ਉਲਝੇ ਰਹਿੰਦੇ ਹਨ। ਇਸ ਕਰਕੇ ਜਿਨ੍ਹਾਂ ਨੇ ਹਿਰਦੇ ਅੰਦਰੋਂ ਸ੍ਰੀ ਜਪਜੀ ਸਾਹਿਬ ਦਾ ਜਾਪ ਕੀਤਾ ਹੈ, ਮੂਲ ਮੰਤਰ ਤੇ ਜਿਨ੍ਹਾਂ ਨੇ ਭਰੋਸਾ ਕੀਤਾ, ਉਹਨਾਂ ਨੂੰ ਮੁਕਤੀ ਔਰ ਜੁਗਤੀ ਇਹ ਉੱਤਮ ਪਦ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਸੁਖੀ ਹੋਏ ਨਹਿ ਅਵਗਤ ਜਾਵੇ। ਸਦੀਵ ਕਾਲ ਲਈ ਸੁਖੀ ਹੋ ਜਾਂਦੇ, ਉਹਨਾਂ ਨੂੰ ਫਿਰ ਆਵਾਗਾਉਣ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ। ਜੇ ਭੋਜਨ ਪਰ ਕਰੈ ਉਚਾਰਨ। ਜਿਹੜੇ ਸ੍ਰੀ ਜਪਜੀ ਸਾਹਿਬ ਦਾ ਪਾਠ ਭੋਜਨ ਬਣਾਉਣ ਲੱਗੇ ਉਚਾਰਦੇ ਹਨ। ਹੁਣ ਮਾਤਾਵਾਂ ਜਦੋਂ ਆਟਾ ਗੁੰਨਦੀਆਂ, ਰਸੋਈ ਦੇ ਵਿੱਚ ਤਿਆਰੀ ਕਰਨ ਲੱਗਿਆਂ ਜੇ ਕਿਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਹੋ ਜਾਏ, ਔਰ ਕਹਿੰਦੇ ਫਿਰ ਉਹਦਾ ਜਿਹੜਾ ਆਨੰਦ ਹੈ ਪ੍ਰਸ਼ਾਦੇ ਦਾ, ਜਿਹੜੀ ਸਬਜ਼ੀ ਬਣੇਗੀ, ਦਾਲ ਬਣੇਗੀ, ਪ੍ਰਸ਼ਾਦੇ ਤਿਆਰ ਹੋਣਗੇ, ਜਦੋਂ ਮੁੱਖ ਵਿੱਚ ਪਾਏਗਾ ਵਿਅਕਤੀ, ਫਿਰ ਉਹਦਾ ਆਨੰਦ ਵੱਖਰਾ ਹੋਏਗਾ। ਉਹਦਾ ਰਸ ਜਿਹੜਾ ਹੈ ਬਾਣੀ ਦਾ ਰਸ ਵਿੱਚੋਂ ਆਏਗਾ। ਸੁਖੀ ਹੋਏ ਨ ਅਵਗਤ ਜਾਵੇ। ਜੀਵਨ ਜਿਹੜਾ ਸੁਖਮਈ ਹੋ ਜਾਂਦਾ। ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਗਏ, ਔਰੰਗਜ਼ੇਬ ਦੀ ਜਿਹੜੀ ਰਾਣੀ ਹੈ ਬਹਾਦਰ ਸ਼ਾਹ ਦਾ ਉਦੋਂ ਜਨਮ ਹੋਣਾ ਸੀ, ਔਰ ਸਮਾਂ ਐਸਾ ਹੀ ਪੇਟ ਦੇ ਵਿੱਚ ਇੰਨਾ ਦਰਦ ਹੋ ਰਿਹਾ, ਵਿਆਕੁਲ ਹੈ ਦਰਦ ਤੋਂ, ਬਾਲਕ ਦਾ ਜਨਮ ਨਹੀਂ ਸੀ ਹੋ ਰਿਹਾ। ਬਾਬਾ ਰਾਮ ਰਾਏ ਜੀ ਨੇ ਜਲ ਦਾ ਗੜਬਾ ਮੰਗਾਇਆ ਔਰ ਸ੍ਰੀ ਜਪਜੀ ਸਾਹਿਬ ਦਾ ਜਾਪ ਕਰਕੇ ਉਹ ਜਲ ਦਿੱਤਾ। ਬਹਾਦਰ ਸ਼ਾਹ ਦੀ ਮਾਤਾ ਨੂੰ, ਔਰੰਗਜ਼ੇਬ ਦੀ ਬੇਗਮ ਨੂੰ ਇਹ ਜਲ ਛਕਾਇਆ ਗਿਆ। ਜਦੋਂ ਜਲ ਛਕਿਆ, ਥੋੜੇ ਸਮੇਂ ਬਾਅਦ ਹੀ ਬਹਾਦਰ ਸ਼ਾਹ ਦਾ ਜਨਮ ਹੋਇਆ। ਔਰ ਬਹਾਦਰ ਸ਼ਾਹ ਕਿਉਂਕਿ ਬਾਣੀ ਦੇ ਦੁਆਰਾ ਬਾਲਕ ਦਾ ਜਨਮ ਹੋਇਆ ਔਰ ਗੁਰੂ ਘਰ ਦਾ ਸ਼ਰਧਾਲੂ ਹੋ ਗਿਆ ਬਹਾਦਰ ਸ਼ਾਹ। ਜਿੱਥੇ ਪਿਤਾ ਨਿਰਦਈ ਹੈ, ਉੱਥੇ ਬਹਾਦਰ ਸ਼ਾਹ ਜਿਹੜਾ ਹੈ ਧਰਮੀ ਪੁਰਖ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਸਮੇਂ ਸਤਿਗੁਰਾਂ ਦਾ ਮੁਰੀਦ ਰਿਹਾ ਬਾਦਸ਼ਾਹ ਬਹਾਦਰ ਸ਼ਾਹ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਵੇਲੇ ਸਤਿਗੁਰਾਂ ਦਾ ਭਤੀਜਾ ਬਾਬਾ ਸਾਵਣ ਮੱਲ ਜੀ,
ਮਹਾਰਾਜੀਆਂ ਨੇ, ਕਿਉਂਕਿ ਗੋਇੰਦਵਾਲ ਸਾਹਿਬ ਨਗਰ ਵਸਾਇਆ ਜਾ ਰਿਹਾ ਹੈ, ਲੱਕੜ ਦੀ ਬਹੁਤ ਜ਼ਰੂਰਤ ਹੈ ਉਸ ਵੇਲੇ। ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਭੇਜਿਆ ਬਿਲਾਸਪੁਰ ਦੇ ਰਾਜੇ ਪਾਸ। ਕਹਿਣ ਲੱਗੇ, ਮਹਾਰਾਜ ਮੈਂ ਕਿਵੇਂ ਬਾਲਣ ਲੈ ਕਰਕੇ ਆਵਾਂਗਾ। ਮਹਾਰਾਜੀਆਂ ਨੇ ਬਾਬਾ ਸਾਵਣ ਮੱਲ ਜੀ ਨੂੰ ਰੁਮਾਲ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਸਾਰੀ ਕਰਾਮਾਤ ਜਿਹੜੀ ਹੈ, ਜੋ ਤੁਸੀਂ ਮੁਖ ਤੋਂ ਕਹੋਗੇ, ਤੁਹਾਡਾ ਕਿਹਾ ਹੋਇਆ ਬਚਨ ਸੱਤ ਹੋਏਗਾ। ਬਾਬਾ ਸਾਵਣ ਮੱਲ ਜੀ ਬਿਲਾਸਪੁਰ ਆਏ। ਇੱਥੇ ਕਹਿਣ ਲੱਗੇ, ਰਾਜੇ ਦੇ ਰਾਜ ਵਿੱਚ ਇੱਕ ਲੜਕਾ ਚੜ੍ਹਾਈ ਕਰ ਗਿਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਬਾਬਾ ਸਾਵਣ ਮੱਲ ਜੀ ਜਦੋਂ ਬਿਲਾਸਪੁਰ ਗਏ, ਬਿਲਾਸਪੁਰ ਵਿਖੇ ਇੱਕ ਲੜਕਾ ਚੜ੍ਹਾਈ ਕਰ ਜਾਂਦਾ ਹੈ। ਔਰ ਬਾਬਾ ਸਾਵਣ ਮੱਲ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰਕੇ ਰਮਾਲ ਦੀ ਜਿਹੜੀ ਇੱਕ ਕੰਨੀ ਧੋ ਕਰਕੇ ਔਰ ਉਸ ਬਾਲਕ ਨੂੰ ਜਦੋਂ ਪਿਆਈ, ਉਹ ਸੁਰਜੀਤ ਹੋ ਗਿਆ। ਬਾਬਾ ਸਾਵਣ ਮੱਲ ਜੀ ਦੀ ਚਰਚਾ ਹੋ ਗਈ। ਸਾਰਾ ਹੀ ਜਿੰਨਾ ਰਾਜ ਸੀ, ਜਿੰਨੀ ਪਰਜਾ ਸੀ, ਬਾਬਾ ਸਾਵਣ ਮੱਲ ਜੀ ਦੇ ਚਰਨਾਂ ਤੇ ਢਹਿ ਪੈਂਦੀ ਆ ਕਰਕੇ। ਔਰ ਬਾਬਾ ਸਾਵਣ ਮੱਲ ਜੀ ਫਿਰ ਕਾਫੀ ਸਮਾਂ ਬਿਲਾਸਪੁਰ ਵਿਖੇ ਰਹੇ। ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਨੇ ਜਦੋਂ ਬੁਲਾਇਆ, ਬਾਲਣ ਤਾਂ ਲੱਕੜਾਂ ਤਾਂ ਭੇਜ ਦਿੱਤੀਆਂ, ਸਤੀਰੀਆਂ ਆਦਿ ਉੱਥੋਂ ਤਿਆਰ ਕਰਵਾ ਕਰਕੇ, ਪਰ ਆਪ ਨਹੀਂ ਆਏ। ਕਿਉਂਕਿ ਉੱਥੇ ਉਹਨਾਂ ਦੀ ਪੂਜਾ ਹੋਣ ਲੱਗ ਗਈ, ਮੰਨਤਾ ਹੋਣ ਲੱਗ ਗਈ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਕਰਕੇ। ਜਿਨ੍ਹਾਂ ਨੇ ਮਨ ਕਰਕੇ ਜਪ ਕੀਤਾ ਹੈ, ਉਹਨਾਂ ਦੇ ਆਵਾਗਾਉਣ ਦਾ ਚੱਕਰ ਜਿਹੜਾ ਹੈ ਉਹ ਸੁਧਰ ਜਾਂਦਾ ਹੈ, ਉਹਦੇ ਤੋਂ ਮੁਕਤ ਹੋ ਜਾਂਦੇ। ਔਰ ਜਿਨ੍ਹਾਂ ਨੇ ਜਦੋਂ ਭੋਜਨ ਤਿਆਰ ਕਰਦੇ, ਮਹਾਰਾਜ ਜੀ ਕਹਿੰਦੇ, ਜੇ ਕਿਤੇ ਸ੍ਰੀ ਜਪਜੀ ਸਾਹਿਬ ਦਾ ਜਪ ਹੋ ਜਾਏ, ਉਸ ਭੋਜਨ ਦਾ ਰਸ, ਭੋਜਨ ਦਾ ਆਨੰਦ ਜਿਹੜਾ ਹੈ ਉਹ ਵੱਖਰਾ ਹੈ। ਵਧੈ ਰਿਤ ਹੋਏ ਅੰਨ ਬਿਕਾਰ ਨਾ। ਅੰਨ ਜਿਹੜਾ ਹੈ ਖਾਧਾ ਹੋਇਆ ਫਿਰ ਵਿਕਾਰ ਨਹੀਂ ਜਾਂਦਾ। ਔਰ ਇਹਦੇ ਨਾਲ ਹਿਰਦੇ ਅੰਦਰ ਕਹਿਣ ਲੱਗੇ ਰਸ ਪੈਦਾ ਹੁੰਦਾ ਹੈ। ਹਿਰਦੇ ਅੰਦਰੋਂ ਸੋਝੀ ਆਉਂਦੀ ਹੈ। ਜਦੋਂ ਅਸੀਂ ਬਾਣੀ ਪੜ੍ਹ ਕੇ ਭੋਜਨ ਛਕਾਂਗੇ ਤਾਂ ਸਾਡੇ ਅੰਦਰ ਦੇ ਜਿਹੜੇ ਕਪਾਟ ਹਨ ਉਹ ਖੁੱਲ੍ਹਣਗੇ। ਅੰਮ੍ਰਿਤ ਦਾ ਬਾਟਾ ਜਦੋਂ ਤਿਆਰ ਹੁੰਦਾ ਹੈ, ਉਦੋਂ ਪੰਜਾਂ ਬਾਣੀਆਂ ਦਾ ਜਾਪ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ। ਬਾਣੀ ਦੀ ਕਲਾ ਵਿੱਚ ਵਰਤਦੀ, ਕਿਉਂਕਿ ਪਾਣੀ ਜਿਹੜਾ ਹੈ ਉਹ ਬਾਣੀ ਨੂੰ ਜਿਹੜਾ ਹੈ ਉਹ ਗ੍ਰਹਿਣ ਕਰਦਾ ਹੈ। ਇਸ ਕਰਕੇ ਫਿਰ ਉਹ ਅੰਮ੍ਰਿਤ ਬਣ ਜਾਂਦਾ ਹੈ। ਔਰ ਜਦੋਂ ਅਸੀਂ ਭੋਜਨ ਤਿਆਰ ਕਰਾਂਗੇ ਬਾਣੀ ਪੜ੍ਹ ਕੇ, ਫਿਰ ਸਾਡਾ ਕੀਤਾ ਹੋਇਆ ਭੋਜਨ ਜਿਹੜਾ ਹੈ ਉਹ ਅੰਮ੍ਰਿਤ ਬਣ ਜਾਏਗਾ। ਜਦੋਂ ਮਾਂ ਰਸੋਈ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਭੋਜਨ ਤਿਆਰ ਕਰਦੀ ਹੈ ਤਾਂ ਆਪਣੇ ਬੱਚੇ ਨੂੰ ਛਕਾਉਂਦੀ ਹੈ। ਜੇ ਬੱਚਾ ਮਾਂ ਦੇ ਗਰਭ ਵਿੱਚ ਹੈ, ਜੇ ਬਾਣੀ ਦਾ ਜਪ ਕਰਦੀ ਹੈ, ਫਿਰ ਉਹ ਬੱਚਾ ਗੁਰੂ ਘਰ ਦਾ ਸ਼ਰਧਾਲੂ ਬਣੇਗਾ। ਫਿਰ ਉਹ ਆਪਣੇ ਆਪ ਉਹਦਾ ਮਨ ਬਾਣੀ ਪੜ੍ਹਨ ਨੂੰ ਕਰੇਗਾ। ਔਰ ਜੇ ਕਿਤੇ ਮਾਤਾ ਨੇ ਕਦੇ ਬਾਣੀ ਨਹੀਂ ਪੜ੍ਹੀ, ਬਾਲਕ ਜਨਮ ਲੈਂਦਾ, ਬਾਅਦ ਵਿੱਚ ਕਹੇ ਕਿ ਮੈਨੂੰ ਗੁਰੂ ਘਰ ਦਾ ਸ਼ਰਧਾਲੂ ਬਣਾਵਾਂ, ਫਿਰ ਉਹਦਾ ਮਨ ਬਹੁਤ ਔਖਾ ਗੁਰੂ ਘਰ ਵਾਲੇ ਪਾਸੇ ਆਏਗਾ, ਦੂਸਰੇ ਪਾਸੇ ਨੂੰ ਜ਼ਿਆਦਾ ਜਾਏਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਜਦੋਂ ਅਸੀਂ ਸ੍ਰੀ ਜਪਜੀ ਸਾਹਿਬ ਦਾ ਜਪ ਕਰਕੇ ਭੋਜਨ ਤਿਆਰ ਕਰਦੇ ਹਾਂ, ਉਹਦਾ ਜਿਹੜਾ ਰਸ ਹੈ, ਆਨੰਦ ਹੈ, ਫਿਰ ਉਹ ਖਾਧਾ ਹੋਇਆ ਭੋਜਨ ਅੰਦਰ ਵਿਕਾਰ ਨਹੀਂ ਪੈਦਾ ਕਰਦਾ, ਫਿਰ ਉਹ ਰਸ ਪੈਦਾ ਕਰਦਾ ਹੈ। ਸੁਖ ਸੋ ਪਚੈ ਨ ਰੁਜ ਉਪਜਾਵੇ। ਸੁਖ ਨਾਲ ਪਚਦਾ ਹੈ ਬਾਣੀ ਪੜ੍ਹ ਕੇ ਤਿਆਰ ਕੀਤਾ ਹੋਇਆ ਭੋਜਨ, ਫਿਰ ਰੁਜ
ਤਿੰਨ ਤਰ੍ਹਾਂ ਦੇ ਜਿਹੜੇ ਰੋਗ ਨੇ, ਵਾਤ, ਪਿੱਤ, ਕਫ, ਉਹ ਨਹੀਂ ਫਿਰ ਹੁੰਦੀ। ਕਿਉਂਕਿ ਹੁਣ ਜਿਹੜਾ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਭੋਜਨ ਛਕ ਕੇ ਆਵੋ, ਕਿਸੇ ਬਿਰਲੇ ਨੂੰ ਹੀ ਪਚਦਾ ਹੈ ਉਹ, ਕਿਉਂਕਿ ਬਣਾਈ ਇਸ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਨੇ ਕਿਹੜਾ ਬਾਣੀ ਪੜ੍ਹ ਕੇ ਬਣਾਉਣਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਬਾਣੀ ਪੜ੍ਹ ਕੇ ਤਿਆਰ ਕੀਤਾ ਹੋਇਆ ਭੋਜਨ ਹੈ ਉਹ ਬੜੇ ਸੁੱਖ ਨਾਲ ਪਚਦਾ ਹੈ, ਔਰ ਉਹਦੇ ਨਾਲ ਕੋਈ ਰੋਗ ਵੀ ਨਹੀਂ ਲੱਗਦਾ। ਨਾ ਉਹਦੇ ਨਾਲ ਬਾਤ ਬੈ ਹੁੰਦੀ ਹੈ, ਨਾ ਉਹਦੇ ਨਾਲ ਤਪ ਹੁੰਦਾ ਹੈ, ਨਾ ਉਹਦੇ ਨਾਲ ਕਹਿਣ ਲੱਗੇ ਕਫ ਹੁੰਦੀ ਹੈ। ਇਸ ਕਰਕੇ ਤਿੰਨੇ ਰੋਗ ਜਿਹੜੇ ਹਨ ਉਸ ਕੀਤੇ ਹੋਏ ਤਿਆਰ ਭੋਜਨ ਨਾਲ ਨਹੀਂ ਹੁੰਦੇ। ਕਾਲ ਰਹਿਤ ਹੋਏ ਦੁਖ ਮਿਟਾਵੇ। ਜੀਵਨ ਜਿਹੜਾ ਹੈ ਕਾਲ ਰਹਿਤ ਹੋ ਜਾਂਦਾ ਹੈ, ਦੁੱਖ ਮਿਟ ਜਾਂਦੇ ਹਨ। ਧਰਮ ਲਾਭ ਮਹਿ ਧਰਮ ਮਝਾਰਾ। ਔਰ ਸ੍ਰੀ ਜਪਜੀ ਸਾਹਿਬ ਦਾ ਜਾਪ ਕਰਦੇ ਆ, ਕਹਿਣ ਲੱਗੇ ਜੇ ਕਿਰਤ ਕਰਦਾ ਹੈ, ਕਿਰਤ ਦੇ ਵਿੱਚੋਂ ਸੁੱਖ ਉਪਜਦਾ ਹੈ, ਔਰ ਧਨ ਦੇ ਵਿੱਚ ਵਾਧਾ ਹੁੰਦਾ ਹੈ, ਦਰਬ ਵਿੱਚ, ਧਨ ਵਿੱਚ ਲਾਭ ਹੁੰਦਾ ਹੈ, ਲਾਹਾ ਪ੍ਰਾਪਤ ਹੁੰਦਾ ਹੈ। ਹੁਣ ਅਸੀਂ ਖੇਤੀ ਕਰਦੇ ਹਾਂ, ਜਦੋਂ ਵੱਟਾਂ 'ਤੇ ਆਲੇ ਦੁਆਲੇ ਫਸਲ ਉੱਗੀ ਹੋਈ ਹੈ, ਵੱਟਾਂ 'ਤੇ ਅਸੀਂ ਬਾਣੀ ਪੜ੍ਹਦੇ ਫਿਰ ਰਹੇ ਹਾਂ, ਉਸ ਖੇਤੀ ਦੇ ਵਿੱਚੋਂ ਜਿਹੜਾ ਹੈ ਦਾਣਿਆਂ ਦੇ ਵਿੱਚ ਵੱਖਰਾ ਜਿਹੜਾ ਰਸ ਹੈ ਉਹ ਪੈਦਾ ਹੋਏਗਾ। ਪਰ ਅੱਜ ਕੱਲ੍ਹ ਬਿਰਲੇ ਹਨ। ਜਦੋਂ ਵਾਹੀ ਕਰਦੇ ਹਾਂ ਕਿਤੇ ਬਾਣੀ ਪੜ੍ਹੀ ਜਾਏ, ਕਿਉਂਕਿ ਸ਼ੁਰੂਆਤ ਹੀ ਐਸੀ ਹੋ ਜਾਏ, ਦਾਣੇ ਬੀਜਦਿਆਂ, ਵਾਹੀ ਕਰਦਿਆਂ, ਪਾਣੀ ਲਾਉਂਦਿਆਂ, ਕਹਿਣ ਲੱਗੇ ਜੇ ਬਾਣੀ ਦਾ ਜਪ ਹੋ ਜਾਏ ਫਿਰ ਉਹਦੇ ਵਿੱਚੋਂ ਦਰਬ ਵਿੱਚ ਲਾਭ ਪੈਦਾ ਹੁੰਦਾ ਹੈ। ਔਰ ਜਦੋਂ ਉਹ ਧਰਮ ਦੇ ਕਾਰਜ ਵਾਸਤੇ ਫਿਰ ਉਹ ਧਨ ਵਰਤਿਆ ਜਾਂਦਾ ਹੈ, ਦਸਵੰਧ ਆਦਿ ਕੱਢਿਆ ਜਾਂਦਾ ਹੈ, ਫਿਰ ਦੁੱਗਣਾ ਲਾਹਾ ਪ੍ਰਾਪਤ ਹੁੰਦਾ ਹੈ। ਬੀਜ ਉਦਾਸੀ ਕੇ ਸੁਖਕਾਰ। ਔਰ ਜੀਵਨ ਜਿਹੜਾ ਹੈ ਸੰਸਾਰ ਵਿੱਚ ਰਹਿੰਦਿਆਂ ਪ੍ਰਭੂ ਭਗਤੀ ਵਾਲੇ ਪਾਸੇ ਜੁੜਦਾ ਹੈ, ਔਰ ਜੀਵਨ ਸੁਖਦਾਈ ਹੁੰਦਾ ਹੈ। ਇਸਤਰੀ ਵਿਆਹਨ ਸੁਤ ਉਪਜੰਤੇ। ਔਰ ਜਦੋਂ ਇਸਤਰੀ ਦਾ ਵਿਆਹ ਹੈ ਔਰ ਘਰ ਦੇ ਵਿੱਚ ਬਾਲਕ ਨੇ ਜਨਮ ਲੈਣਾ ਹੈ, ਉਸ ਵੇਲੇ ਬਾਣੀ ਦਾ ਜਪ ਹੋਵੇ। ਦੇਸ ਵਿਦੇਸ਼ਨ ਕੋ ਗਮਨੰਤੇ। ਜਦੋਂ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੈ ਔਰ ਜਦੋਂ ਪਰਦੇਸ ਜਾਣਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਹਿਰਦੇ ਅੰਦਰ ਜਪਜੀ ਹੈ, ਬਾਣੀ ਪੜ੍ਹਦਿਆਂ ਸਾਡਾ ਸਫ਼ਰ ਜਿਹੜਾ ਹੈ ਇਹ ਹੁੰਦਾ ਹੋਵੇ। ਯੁੱਧ ਚੜਨ ਨਹਿ ਸ਼ਸਤਰ ਪ੍ਰਹਾਰਨ। ਜਦੋਂ ਜੰਗ ਦੇ ਮੈਦਾਨ ਵਿੱਚ ਜਾਣਾ ਹੈ, ਯੁੱਧ ਵਾਲੇ ਪਾਸੇ ਚੜ੍ਹਾਈ ਕਰਨੀ ਹੈ ਔਰ ਸ਼ਸਤਰਾਂ ਦਾ ਪ੍ਰਹਾਰ ਕਰਨਾ ਹੈ, ਮੂਲ ਮੰਤਰ ਦਾ ਜਪ ਕਰਦਿਆਂ, ਬਾਣੀ ਪੜ੍ਹਦਿਆਂ ਹੋਇਆਂ। ਹੋਨ ਅਰੂਢਨ ਬਾਜੀ ਬਾਰਨ। ਔਰ ਘੋੜੇ ਤੇ ਚੜ੍ਹਨ ਸਮੇਂ, ਘੋੜੇ ਹਾਥੀਆਂ ਉੱਤੇ ਸਵਾਰ ਹੁੰਦਿਆਂ ਸਮੇਂ ਕਹਿਣ ਲੱਗੇ ਹਿਰਦੇ ਅੰਦਰ ਪਾਵਨ ਬਾਣੀ ਦਾ ਜਪ ਹੋਵੇ। ਸੁਰ ਪੂਜਨ ਮਹਿ ਮੋਹਨ ਕਰਨ। ਔਰ ਪੂਜਾ ਕਰਨ ਵੇਲੇ ਕਹਿਣ ਲੱਗੇ ਸਭਨਾਂ ਤੋਂ ਸ਼੍ਰੇਸ਼ਟ ਪੂਜਾ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਸੱਚੀ ਪੂਜਾ ਕੀ ਹੈ? ਜਿਨ੍ਹਾਂ ਨੇ ਪਾਵਨ ਬਾਣੀ ਦਾ ਜਪ ਕਰ ਲਿਆ ਉਹਦੀ ਪੂਜਾ ਹੋ ਗਈ। ਸਿਮਰਨ ਕਰ ਹੈ 25 ਵਰਨ। ਜਿਨ੍ਹਾਂ ਨੇ 25 ਅੱਖਰ 25 ਵਰਨਾਂ ਦਾ ਸਿਮਰਨ ਕੀਤਾ ਹੈ, ਮੂਲ ਮੰਤਰ ਦਾ ਜਪ ਕੀਤਾ ਹੈ। ਸਦਨ ਪ੍ਰਵੇਸ਼ਨ ਬਾਹਰ ਜਾਣ। ਜਦੋਂ ਘਰ ਦੇ ਵਿੱਚ ਪ੍ਰਵੇਸ਼ ਕਰਨਾ ਹੈ ਔਰ ਜਾਂ ਫਿਰ ਘਰ ਤੋਂ ਬਾਹਰ ਜਾਣਾ ਹੈ, ਉਸ ਵੇਲੇ ਮੂਲ ਮੰਤਰ ਦਾ ਜਪ ਕਰਨਾ। ਇਤਿਆਦਿਕ ਜੇ ਕਾਜ ਮਹਾਨ। ਇਸ ਤਰ੍ਹਾਂ ਦੇ ਸਤਿਗੁਰੂ ਜੀ ਕਹਿੰਦੇ ਜਿਹੜੇ ਮਹਾਨ ਕਾਰਜ ਹਨ, ਇਹੋ ਜਿਹੇ ਕਾਰਜ ਕਰਦਿਆਂ ਹੋਇਆਂ ਮਸਤਕ ਨਮਰ ਕਰਹਿ ਗੁਰ ਆਗੇ। ਆਪਣਾ ਸਿਰ ਝੁਕਾਉਣਾ ਸਤਿਗੁਰੂ ਦੇ ਅੱਗੇ,
ਔਰ ਮੂਲ ਮੰਤਰ ਦਾ ਜਪ ਕਰਨਾ ਔਰ ਸਤਿਗੁਰੂ ਨੂੰ ਨਮਸਕਾਰ ਕਰਨੀ। ਦ੍ਰਿੜ ਪ੍ਰਤੀਤ ਕਰ ਸਿਮਰਨ ਲਾਗੇ, ਔਰ ਭਰੋਸਾ ਹੋਵੇ, ਦ੍ਰਿੜਤਾ ਹੋਵੇ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਦੇ ਪ੍ਰਤੀ ਪ੍ਰਤੀਤ ਹੈ, ਉਹਨਾਂ ਨੂੰ ਸਦਾ ਹੀ ਹਰ ਸਮੇਂ ਸਤਿਗੁਰੂ ਦੀ ਯਾਦ ਜਿਹੜੀ ਹੈ ਉਹ ਚੇਤੇ ਵਿੱਚ ਰਹਿੰਦੀ। ਧੰਨ ਭਾਈ ਮੰਝ ਜੀ, ਜਿਨ੍ਹਾਂ ਨੂੰ ਪੂਰਨ ਭਰੋਸਾ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਬਚਨਾਂ ਤੇ। ਔਰ ਸਤਿਗੁਰਾਂ ਨੇ ਗਲ ਨਾਲ ਲਾ ਕੇ ਕਹਿ ਦਿੱਤਾ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਧੰਨ ਭਾਈ ਬਿਧੀ ਚੰਦ ਜੀ, ਭਰੋਸਾ ਸੀ, ਬਲਦੇ ਹੋਏ ਭੱਠ ਵਿੱਚ ਵੜ ਕੇ ਬਹਿ ਗਏ। ਕਿੱਥੇ ਬਾਲਣ ਲਾਇਆ ਜਾ ਰਿਹਾ ਭੱਠ ਦੇ ਵਿੱਚ, ਕਿੱਥੇ ਭਾਈ ਬਿਧੀ ਚੰਦ ਜੀ ਬਲਦੇ ਹੋਏ ਭੱਠ ਦੇ ਵਿੱਚ ਚੌਂਕੜਾ ਮਾਰ ਕੇ ਬਹਿ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਾਰਦੇ ਆ, ਕਿਉਂਕਿ ਗੁਰਸਿੱਖਾਂ ਨੂੰ ਭਰੋਸਾ ਹੈ, ਪੂਰਨ ਵਿਸ਼ਵਾਸ ਹੈ ਆਪਣੇ ਸਤਿਗੁਰੂ ਕੇ ਸਤਿਗੁਰੂ ਆਪੇ ਸਾਡੀ ਰੱਖਿਆ ਕਰਨਗੇ। ਮਹਾਰਾਜ ਜੀ ਕਹਿੰਦੇ ਐਸੀ ਦ੍ਰਿੜਤਾ, ਐਸਾ ਭਰੋਸਾ ਜਿਨ੍ਹਾਂ ਨੂੰ ਸਤਿਗੁਰਾਂ ਦੇ ਪਵਿੱਤਰ ਬਚਨਾਂ ਤੇ, ਸਤਿਗੁਰਾਂ ਦੀ ਬਾਣੀ ਤੇ ਹੈ। ਤੇ ਦਸਵੰਧ ਗੁਰੂ ਕੋ ਸਿੱਖ, ਔਰ ਸਿੱਖ ਗੁਰੂ ਦੇ ਪ੍ਰਤੀ ਦਸਵੰਧ ਦੀ ਮਾਇਆ ਗੁਰੂ ਨੂੰ ਭੇਟ ਕਰਨੀ, ਸਤਿਗੁਰ ਅੱਗੇ ਭੇਟ ਕਰਨੀ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਦੇ ਪਾਸ ਇੱਕ ਪਰਿਵਾਰ ਆਇਆ। ਕਹਿਣ ਲੱਗੇ ਜੀ ਬੱਚੇ ਵਿਆਹੁਣ ਯੋਗ ਹਨ, ਪੜ੍ਹਾਈ ਵੀ ਚੰਗੀ ਕੀਤੀ ਹੈ, ਪਰ ਅਜੇ ਤੱਕ ਨਾ ਇਹਨਾਂ ਨੂੰ ਨੌਕਰੀ ਮਿਲੀ ਹੈ, ਨਾ ਕਹਿਣ ਲੱਗੇ ਇਹਨਾਂ ਦਾ ਸੰਜੋਗ ਬਣਿਆ। ਬਾਬਾ ਜੀ ਕਹਿਣ ਲੱਗੇ ਭਾਈ ਦਸਵੰਧ ਕਿੰਨਾ ਕੁ ਕੱਢਦੇ ਹੋ? ਕਹਿਣ ਲੱਗੇ ਜੀ ਕੱਢਦੇ ਤਾਂ ਹਾਂ। ਕਹਿਣ ਲੱਗੇ ਦਿੱਤਾ ਕਿੱਥੇ ਆ? ਕਹਿੰਦੇ ਜੀ ਦਿੱਤਾ ਕਿਤੇ ਨਹੀਂ, ਬੈਂਕ ਵਿੱਚ ਰੱਖਿਆ ਹੋਇਆ, ਉਹ ਕੱਢਦੇ ਅਸੀਂ ਹਾਂ। ਫਿਰ ਕਹਿਣ ਲੱਗੇ ਬੈਂਕ ਵਿੱਚ ਰੱਖਿਆ ਕੀ ਕਰਦਾ ਜੇ ਗੁਰੂ ਦੇ ਘਰ ਦੇ ਵਿੱਚ ਨਹੀਂ ਲਾਇਆ, ਗੁਰੂ ਘਰ ਦੇ ਵਿੱਚ ਦਸਵੰਧ ਦੀ ਮਾਇਆ ਨਹੀਂ ਲੱਗੀ, ਗੁਰੂ ਅੱਗੇ ਆ ਕੇ ਭੇਟ ਨਹੀਂ ਕੀਤਾ, ਫਿਰ ਭਾਈ ਕਹਿੰਦੇ ਕੱਢਿਆ ਕਾਹਦੇ ਵਾਸਤੇ ਹੈ? ਬਾਬਾ ਜੀ ਕਹਿਣ ਲੱਗੇ ਕਿੰਨਾ ਕੁ ਦਸਵੰਧ ਹੈ? ਕਹਿਣ ਲੱਗੇ ਜੀ 60,000 ਰੁਪਈਆ। ਕਹਿੰਦੇ 60,000 ਰੁਪਈਆ ਤੁਹਾਡੇ ਕੋਲੇ ਗੁਰਦੁਆਰਾ ਸਾਹਿਬ ਹੈ ਅੰਬ ਸਾਹਿਬ, ਅੰਬ ਸਾਹਿਬ ਜਾ ਕਰਕੇ ਦਸਵੰਧ ਦੀ ਮਾਇਆ ਕਹਿਣ ਲੱਗੇ ਭੇਟ ਕਰ ਦਿਓ, ਔਰ ਸਤਿਗੁਰੂ ਤੁਹਾਡੇ ਕਾਰਜ ਆਪੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਵਾਰ ਦੇਣਗੇ। ਹੋਏ 6 ਮਹੀਨਿਆਂ ਬਾਅਦ ਆ ਕੇ ਦੱਸਿਆ ਨੌਕਰੀ ਵੀ ਮਿਲ ਗਈ ਬੱਚਿਆਂ ਨੂੰ, ਔਰ ਕਹਿੰਦੇ ਉਹਨਾਂ ਦਾ ਵਿਵਾਹ ਵੀ ਹੋ ਗਿਆ। ਮਹਾਰਾਜ ਜੀ ਕਹਿੰਦੇ ਭਾਈ ਦਸਵੰਧ ਦੀ ਮਾਇਆ ਜਿਹੜਾ ਗੁਰਸਿੱਖ ਗੁਰੂ ਅਰਥ ਕੱਢਦਾ ਹੈ, ਭੇਟ ਕਰਦਾ ਹੈ, ਉਹਦੇ ਸੋਧੇ ਸਿੱਧ ਸਤਿਗੁਰੂ ਕਾਰਜ ਸਵਾਰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਦਰ ਘਰ ਦੀਆਂ ਸੇਵਾਵਾਂ ਚੱਲ ਰਹੀਆਂ। ਜਿਹੜੇ ਗੁਰਸਿੱਖ ਦਸਵੰਧ ਕੱਢਦੇ ਹਨ, ਅਗਾਂਹ ਵਾਸਤੇ ਜਿਨ੍ਹਾਂ ਨੇ ਕੱਢਣਾ ਹੈ ਹੁਣੇ ਹੀ ਲਾਹਾ ਲੈ ਸਕਦੇ ਆ ਸਤਿਗੁਰਾਂ ਦੇ ਦਰ ਘਰ ਦੀਆਂ ਸੇਵਾਵਾਂ ਵਿੱਚ ਦਸਵੰਧ ਦੀ ਮਾਇਆ ਭੇਟ ਕਰਕੇ। ਸਤਿਗੁਰੂ ਜੀ ਕਹਿੰਦੇ ਭਾਈ ਦਸਵੰਧ ਦੀ ਮਾਇਆ ਗੁਰੂ ਅਰਥਾ ਕਰਕੇ ਭੇਟ ਕਰਨੀ ਹੈ। ਕਰਨ ਕਰਾ ਕਰ ਹੈ ਸੋ ਭਵਿੱਖ, ਔਰ ਸਤਿਗੁਰੂ ਜੀ ਆ ਕਰਕੇ ਆਪਣੇ ਗੁਰਸਿੱਖ ਦੇ ਕਾਰਜ ਸਵਾਰਦੇ। ਭਵਿੱਖਤ ਮਹਾਰਾਜ ਜੀ ਆਉਣ ਵਾਲੇ ਸਮੇਂ ਅੰਦਰ ਲੋਕ ਸੁਖੀ, ਪਰਲੋਕ ਜਿਹੜਾ ਹੈ ਗੁਰਸਿੱਖ ਦਾ ਸੁਹੇਲਾ ਹੋ ਜਾਂਦਾ ਹੈ। ਦਾਨ ਦੇਨ ਲੈਨੇ ਮਹਿ ਪ੍ਰਾਹੇ, ਔਰ ਜਿਨ੍ਹਾਂ ਨੇ ਦਾਨ ਦੇਣ ਵਾਲੀ ਬਿਰਤੀ ਜਿਹੜੀ ਹੈ, ਜਿਨ੍ਹਾਂ ਦਾ ਸੁਭਾਅ ਦਾਨੀ ਹੈ, ਦਾਨ ਵੇ ਦੇਣ ਵਾਲੀ ਬਿਰਤੀ ਬਣਾਈ ਹੈ। ਪਤ ਸੁਭਾਵ ਕੀ ਪਲਟਨ ਮਾਹੇ, ਐਸਾ ਸੁਭਾਅ ਜਿਹੜਾ ਹੈ ਗੁਰਸਿੱਖਾਂ ਦਾ ਬਣਿਆ, ਔਰ ਆਪਣਾ ਸੁਭਾਅ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਬਣਾਇਆ ਹੈ। ਭੂਤ ਕੇ ਪ੍ਰੇਤ ਡਾਕਣੀ ਦੀਠ,
ਉਹਨਾਂ ਦੇ ਜੀਵਨ ਅੰਦਰ ਐਸੀ ਪਰਾਈ ਸ਼ੈ ਜਿਹੜੀ ਹੈ ਭੂਤ ਪ੍ਰੇਤ ਆਦਿ ਦਾ ਜਿਹੜਾ ਡਰ ਹੈ। ਸਹਿਤ ਪ੍ਰਤੀਤ ਪਟ ਹੈ ਦ੍ਰਿੜ ਨੀਠ। ਪ੍ਰਤੀਤ ਸਹਿਤ ਜਿਨ੍ਹਾਂ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਉਹਨਾਂ ਦੇ ਹਿਰਦੇ ਅੰਦਰੋਂ ਇਹ ਜਿਹੜਾ ਭੈ ਹੈ ਇਹ ਦੂਰ ਹੋ ਜਾਂਦਾ ਹੈ। ਸੁਪਨੇ ਮਹਿ ਸ੍ਰੀ ਅਰਜਨ ਕਹਿਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਪੰਡਿਤ ਬ੍ਰਿਜ ਲਾਲ ਜੀ ਸੁਪਨੇ ਦੇ ਵਿੱਚ ਸਤਿਗੁਰਾਂ ਨੇ ਬਚਨ ਕਹੇ ਹਨ। ਤਿਜ ਬ੍ਰਿਜ ਲਾਲ ਸੁਪੰਡਿਤ ਲਹਿਓ। ਪੰਡਿਤ ਬ੍ਰਿਜ ਲਾਲ ਨੇ ਬਚਨ ਸੁਣੇ ਹਨ। ਦਸਵੇਂ ਪਾਤਸ਼ਾਹ ਗੁਰ ਸਾਚੇ। ਦਸਵੇਂ ਪਾਤਸ਼ਾਹ ਸੱਚੇ ਸਤਿਗੁਰਾਂ ਨੇ ਲਿਖਵਾਏ ਸ੍ਰੀ ਬਚਨ ਉਬਾਚੇ। ਔਰ ਇਹ ਬਚਨ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰ ਕੇ ਫਿਰ ਲਿਖਵਾਏ ਹਨ। ਆਗੇ ਲਾਗੇ ਲਿਖਣ ਲਿਖਾਰੀ। ਅੱਗੇ ਲਿਖਾਰੀ ਭਾਈ ਸਾਹਿਬ ਸਿੰਘ ਜੀ ਲਿਖਣ ਲੱਗੇ ਹਨ। ਜਿਮ ਮਹਿਮਾ ਬਿਦ ਸਹਿਤ ਉਚਾਰੀ। ਜਿਸ ਤਰ੍ਹਾਂ ਸਤਿਗੁਰਾਂ ਨੇ ਪਵਿੱਤਰ ਮਹਿਮਾ ਉਚਾਰਨ ਕੀਤੀ ਹੈ। ਦੋਹਰਾ ਚਰਨ ਸਮੈ ਸੰਗ੍ਰਹਿਣ ਮਹਿ ਦਾਨ ਦੇਨ ਔਲੇਨ। ਮਹਾਰਾਜ ਜੀ ਕਹਿੰਦੇ ਚੱਲਣ ਸਮੇਂ ਜਦੋਂ ਘਰ ਤੋਂ ਚੱਲਣਾ ਹੈ ਦਰਵਾਜ਼ੇ ਚੋਂ ਲੰਘਣਾ ਹੈ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਮੂਲ ਮੰਤਰ ਦਾ ਜਪ ਹੋ ਜਾਏ ਜਦੋਂ ਘਰ ਤੋਂ ਚੱਲਦੇ ਹੋ ਸੁਤੇ ਸਿੱਧੀ ਸਾਰੇ ਕਾਰਜ ਜਿਹੜੇ ਸਵਰ ਜਾਂਦੇ ਕਿਉਂਕਿ ਮਹਾਰਾਜ ਜੀ ਅੰਗ ਸੰਗ ਸਹਾਈ ਹੁੰਦੇ। ਫਿਰ ਜਦੋਂ ਹਿਰਦੇ ਅੰਦਰ ਵਸਿਆ ਹੋਵੇ ਪਰਮੇਸ਼ਰ ਦਾ ਨਾਮ ਫਿਰ ਸਤਿਗੁਰੂ ਜੀ ਸੁਤੇ ਸਿੱਧੀ ਆਪਣੇ ਸੇਵਕਾਂ ਦੇ ਭਗਤਾਂ ਦੇ ਕਾਰਜ ਸਵਾਰਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਚੱਲਣ ਸਮੇਂ ਸੰਗ੍ਰਹਿਣ ਇਕੱਠ ਮਹਿ ਇਕੱਠ ਸਮੇਂ ਦਾਨ ਦੇਣ ਸਮੇਂ ਕਹਿਣ ਲੱਗੇ ਮੂਲ ਮੰਤਰ ਦਾ ਜਪ ਕਰਦਿਆਂ। ਅਤ ਸੁਭਾਵ ਕੀ ਪਲਟ ਮਹਿ ਭੂਤ ਡਾਕਨੀ ਸੇਨ। ਔਰ ਇਸ ਤਰ੍ਹਾਂ ਦਾ ਸੁਭਾਅ ਹੈ ਮਨ ਵਿੱਚ ਡਰ ਹੈ ਭੈ ਹੈ ਮਨ ਵਿੱਚ ਇਉਂ ਲੱਗਦਾ ਹੈ ਕਿ ਕਿਤੇ ਇਸ ਤਰ੍ਹਾਂ ਦੀ ਪਰਾਈ ਸ਼ੈ ਨਾ ਚਿੰਬੜੀ ਹੋਵੇ ਇਸ ਜੀਵ ਨੂੰ। ਸਤਿਗੁਰੂ ਜੀ ਕਹਿੰਦੇ ਜੇ ਮਨ ਵਿੱਚ ਇਹ ਡਰ ਵਸਿਆ ਹੋਇਆ ਹੈ ਮਨ ਜੀਤਨ ਰਨ ਮਹਿ ਧਰ ਰਾਜ ਕਾਜ ਸੁਖ ਵਾਹੇ। ਮਨ ਨੂੰ ਜਿੱਤਣ ਵਾਸਤੇ ਪਰਮੇਸ਼ਰ ਦਾ ਨਾਮ ਮਨ ਮਾਨਿਆ ਤਉ ਹਰ ਜਾਣਿਆ। ਮਨ ਜਦੋਂ ਮੰਨ ਜਾਏ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਜਦੋਂ ਕੋਈ ਸਵਾਸ ਸਵਾਸ ਜਪੇ ਮਨ ਜੀਤਨ ਰਣ ਮਹਿ ਧਰਾ ਔਰ ਮਨ ਨੂੰ ਹਮੇਸ਼ਾ ਕਹਿਣ ਲੱਗੇ ਪ੍ਰਭੂ ਭਗਤੀ ਨਾਲ ਜੋੜਨਾ। ਇਹ ਵੀ ਕੋਈ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਹੈ। ਖਾਲਸਾ ਸੋ ਜੋ ਕਰੇ ਨਿਤ ਜੰਗ। ਖਾਲਸੇ ਨੇ ਨਿਤ ਜੰਗ ਕਿਹਦੇ ਨਾਲ ਕਰਨਾ ਆਪਣੇ ਮਨ ਨਾਲ ਹੀ ਕਰਨਾ। ਖਾਲਸੇ ਨੇ ਜੰਗ ਕਰਨਾ ਆਪਣੇ ਮਨ ਨਾਲ ਮਨ ਤੇ ਜਿੱਤ ਪ੍ਰਾਪਤ ਕਰਨੀ ਕਿਉਂਕਿ ਮਨ ਨੂੰ ਪੰਜ ਵਿਕਾਰ ਜਿਹੜੇ ਹਨ ਉਹ ਘੇਰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਇਹਨਾਂ ਤੇ ਜਿੱਤ ਪ੍ਰਾਪਤ ਕਰਨੀ ਸਤਿਗੁਰੂ ਦੀ ਕਿਰਪਾ ਦੁਆਰਾ। ਖਾਲਸਾ ਜੂਝਦਾ ਇਹਨਾਂ ਦੇ ਨਾਲ। ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਸਤਿਗੁਰੂ ਕਿਰਪਾ ਕਰਦਾ ਕੰਡ ਤੇ ਹੱਥ ਰੱਖਿਆ ਥਾਪੀ ਦਿੱਤੀ ਇਹ ਪੰਜੇ ਵਿਕਾਰ ਜਵਾਨ ਜਿਹੜੇ ਸੀ ਕਹਿੰਦੇ ਮੈਂ ਜਿੱਤ ਲਏ ਇਹਨਾਂ ਤੇ ਜਿੱਤ ਪ੍ਰਾਪਤ ਕਰ ਲਈ। ਖਾਲਸਾ ਸੋਏ ਜੋ ਚੜ੍ਹੈ ਤੁਰੰਗ ਮਨ ਰੂਪੀ ਘੋੜੇ ਦੀ ਸਵਾਰੀ ਕਰਦਾ ਹੈ। ਖਾਲਸਾ ਇਹਨੂੰ ਲਗਾਮ ਪਾ ਕੇ ਰੱਖਦਾ ਹੈ ਇਹਨੂੰ ਭੱਜਣ ਨਹੀਂ ਦਿੰਦਾ ਇੱਧਰ ਉੱਧਰ ਕਿਉਂਕਿ ਮਨ ਬੜਾ ਚੰਚਲ ਹੈ ਦੌੜਿਆ ਫਿਰਦਾ ਹੈ। ਦੇਖਿਆ ਦੇਖਿਆ ਸੁਣਿਆ ਬੋਲੇ ਦੌੜਿਓ ਫਿਰਤ ਹੈ। ਭੱਜਿਆ ਹੀ ਫਿਰਦਾ ਦਿਨ ਰਾਤ। ਰਾਤ ਨੂੰ ਸੁਪਨੇ ਵਿੱਚ ਦੌੜਿਆ ਫਿਰਦਾ ਦਿਨੇ ਫੁਰਨਿਆਂ ਦੇ ਵਿੱਚ ਦੌੜਿਆ ਫਿਰਦਾ। ਇਸ ਕਰਕੇ ਖਾਲਸਾ ਇਸ ਮਨ ਰੂਪੀ ਘੋੜੇ ਦੀ ਸਵਾਰੀ ਕਰਦਾ ਔਰ ਇਹਨੂੰ ਭੱਜਣ ਨਹੀਂ ਦਿੰਦਾ ਕਿਸੇ ਪਾਸੇ। ਮਿਲਨੇ ਗਿਰਨੇ ਬੰਦ ਮਹਿ ਰਾਜ ਜੋਗ ਉਤਸਾਹੇ। ਜਦੋਂ ਮਿਲਦਾ ਹੈ ਆਪਣੇ ਮਿੱਤਰ ਨੂੰ ਆਪਣੇ ਪਰਿਵਾਰ ਵਿੱਚ ਆ ਕਰਕੇ ਮਿਲਣ ਸਮੇਂ
ਮੂਲ ਮੰਤਰ ਦਾ ਜਪ ਕਰਨਾ, ਉਚਾਰਨ ਹੋਵੇ, ਪਰਮੇਸ਼ਰ ਦਾ ਸ਼ੁਕਰਾਨਾ ਕਰੇ। ਔਰ ਫਿਰ ਆਪਣੇ ਪਰਿਵਾਰ ਵਿੱਚ ਬੈਠਾ, ਸੰਬੰਧੀਆਂ ਵਿੱਚ ਬੈਠਾ, ਰਾਜ ਜੋਗ ਉਤਸ਼ਾਹੇ, ਰਾਜ ਜੋਗ ਦਾ ਉਤਸ਼ਾਹ ਹੈ ਹਿਰਦੇ ਅੰਦਰ, ਤੋ ਸ੍ਰੀ ਜਪਜੀ ਸਾਹਿਬ ਦਾ ਜਪ ਕਰੇ, ਮੂਲ ਮੰਤਰ ਦਾ ਜਪ ਕਰੇ। ਇਨ ਕਾਰਜ ਕੀ ਅਟਕ ਮਹਿ ਪੰਚ ਪਚੀਸਾ ਜਾਪ। ਇਹਨਾਂ ਕਾਰਜਾਂ ਦੀ ਅਟਕ ਦੇ ਸਮੇਂ, ਹੁਣ ਜੇ ਬੱਚਿਆਂ ਦਾ ਸੰਜੋਗ ਨਾ ਬਣਦਾ ਹੋਵੇ ਔਰ ਜੇ ਰਾਜ ਜੋਗ ਦੀ ਇੱਛਾ ਹੋਵੇ, ਮਹਾਰਾਜ ਜੀ ਕਹਿੰਦੇ ਫਿਰ ਜੇ ਕੋਈ ਰੁਕਾਵਟ ਆਉਂਦੀ ਹੈ ਇਹਨਾਂ ਕਾਰਜਾਂ ਦੀ ਅਟਕ ਵਿੱਚ, ਸਹਾਇਤਾ ਕੌਣ ਕਰਦਾ ਹੈ? ਸਤਿਗੁਰਾਂ ਦਾ ਪਵਿੱਤਰ ਬਖਸ਼ਿਸ਼ ਮੂਲ ਮੰਤਰ ਦਾ ਜਪ। ਜਦੋਂ ਅਜੱਪਾ ਜਪ ਕਰੇ, ਸਵਾਸ ਸਵਾਸ ਜਪੇ, ਸਤਿਗੁਰੂ ਜੀ ਫਿਰ ਆਪੇ ਸਹਾਇਤਾ ਕਰਦੇ, ਸੁਤੇ ਸਿੱਧ ਕਾਰਜ ਸਵਾਰਦੇ ਹਨ। 36 38 ਜਾਪ ਕਰ ਲੱਖ ਅਰਧ ਤੇ ਲੱਖ। ਇਉਂ ਫਿਰ ਇਹਨਾਂ ਪਾਵਨ ਵਰਣਾਂ ਦਾ ਜਪ ਕਰਨਾ। ਮੂਲ ਮੰਤਰ ਦੇ ਅੱਖਰ ਸੰਪੂਰਨ ਬਣਦੇ 36 ਅੱਖਰ, ਔਰ ਜਪਦਿਆਂ ਜਪਦਿਆਂ ਇਹਨਾਂ ਦਾ ਫਿਰ ਅਜੱਪਾ ਜਾਪ ਹੋ ਜਾਏ। ਵਰਨ ਪੰਜ 25 ਕੈ ਅਥਵਾ 36 ਹੋਏ। ਔਰ ਇਹ ਸੰਪੂਰਨ ਮੂਲ ਮੰਤਰ ਜਿਹੜਾ ਗੁਰਪ੍ਰਸਾਦ ਤੱਕ 36 ਅੱਖਰ ਜਪ ਹੋ ਜਾਂਦਾ ਹੈ। ਜਪ ਹਜ਼ਾਰ ਸੰਵਰਨ ਕੇ ਪਾਠ ਕਰਹਿ ਨਰ ਜੋਏ। ਔਰ ਨਿਤ ਜਿਹੜਾ ਜਾਪ ਕਰਦਾ ਹੈ, ਮਹਾਰਾਜ ਜੀ ਕਹਿੰਦੇ ਮੂਲ ਮੰਤਰ ਦਾ 1000 ਪਾਠ ਹੋ ਜਾਏ। ਜਿਹੜਾ ਸਿੱਖ 1000 ਪਾਠ ਕਰੇ, ਕਰੈ ਹੋਮ ਗੁਰ ਮੰਤਰ ਕੋ ਸਕਲ ਵਿਗਨ ਤੇ ਖਾਪ। ਜਿਨ੍ਹਾਂ ਨੇ ਗੁਰਮੰਤਰ ਦਾ ਹੋਮ ਕੀਤਾ ਹੈ, ਪਹਿਲੇ ਸਮਿਆਂ ਅੰਦਰ ਸਤਿਯੁਗ ਸਤ, ਤ੍ਰੇਤਾ ਜੁਗੀ, ਦੁਆਪਰ ਪੂਜਾ 4। ਸਤਿਯੁਗ ਦੇ ਵਿੱਚ ਸਤ ਅਕਾਲ ਪੁਰਖ ਪਰਮੇਸ਼ਰ ਦੀ ਪੂਜਾ, ਰਾਮ ਦੀ ਪੂਜਾ, ਔਰ ਤ੍ਰੇਤੇ ਦੇ ਵਿੱਚ ਕਹਿਣ ਲੱਗੇ ਤ੍ਰੇਤਾ ਜਗੀ, ਤ੍ਰੇਤੇ ਦੇ ਵਿੱਚ ਜਗ ਆਦਿ ਕਰਕੇ ਦੇਵਤਿਆਂ ਨੂੰ ਰਝਾਉਣਾ। ਅੱਗ ਦੀ ਪੂਜਾ ਹੋ ਗਈ, ਵਰੁਣ ਦੇਵਤਾ ਦੀ ਪੂਜਾ ਹੋ ਗਈ, ਕਈ ਤਰ੍ਹਾਂ ਦੇ ਜਗ ਕਰਨੇ। ਔਰ ਜਗ ਕੋਈ ਆਮ ਵਿਅਕਤੀ ਨਹੀਂ ਸੀ ਕਰ ਸਕਦਾ। ਜਗ ਕਰਨ ਵਾਸਤੇ ਸਮਾਂ ਚਾਹੀਦਾ, ਬਹੁਤ ਸਾਰੀ ਸਮੱਗਰੀ ਚਾਹੀਦੀ ਹੈ। ਦੁਆਪਰ ਪੂਜਾ 4, ਦੁਆਪਰ ਦੇ ਯੁੱਗ ਦੇ ਵਿੱਚ ਪੂਜਾ ਅਰਚਨਾ, ਦੇਵੀ ਦੇਵਤਿਆਂ ਦੀ ਪੂਜਾ, ਮੂਰਤੀ ਬਣਾ ਕੇ ਪੂਜਾ ਕਰਨੀ। ਔਰ ਪੂਜਾ ਜਿਹੜੀ ਹੈ ਕੇਵਲ ਬ੍ਰਾਹਮਣ ਕਰਦਾ, ਬ੍ਰਾਹਮਣ ਨੂੰ ਹੀ ਅਧਿਕਾਰ ਸੀ ਪੂਜਾ ਕਰਨ ਦਾ, ਸ਼ੂਦਰ ਨੂੰ ਤਾਂ ਪੂਜਾ ਕਰਨ ਦਾ ਅਧਿਕਾਰ ਹੀ ਨਹੀਂ ਸੀ, ਨਾ ਹੀ ਉਹ ਮੰਦਰ ਵਿੱਚ ਜਾ ਸਕਦਾ ਸੀ। ਇਸ ਕਰਕੇ ਤਿੰਨੋਂ ਯੁੱਗ ਤਿੰਨੇ ਦਿੜੇ, ਤਿੰਨਾਂ ਯੁੱਗਾਂ ਦੇ ਵਿੱਚ ਵੱਖਰੀ ਵੱਖਰੀ ਦ੍ਰਿੜਤਾ ਹੈ। ਕਲ ਕੇਵਲ ਨਾਮ ਆਧਾਰ, ਕਲ ਯੁੱਗ ਦੇ ਅੰਦਰ ਕੇਵਲ ਨਾਮ ਦਾ ਆਧਾਰ, ਨਾਮ ਦਾ ਆਸਰਾ ਹੈ। ਵੈਸੇ ਕਲਯੁਗ ਨੂੰ ਮਾੜਾ ਕਿਹਾ ਜਾਂਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਭਾਈ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਮਹਾਤਮ ਇਹ ਹੈ ਵੀ ਜਿਹੜਾ ਪ੍ਰਭੂ ਭਗਤੀ ਕਰਦਾ ਹੈ, ਨਾਮ ਦਾ ਸਹਾਰਾ ਲੈਂਦਾ ਹੈ, ਉਹਦਾ ਜੀਵਨ ਜਿਹੜਾ ਹੈ ਉਹ ਮਨੁੱਖਾ ਜੀਵਨ ਦਾ ਉਧਾਰ ਕਰ ਲੈਂਦਾ, ਭਵ ਸਾਗਰ ਤੋਂ ਤਰ ਜਾਂਦਾ ਹੈ। ਕਲਯੁਗ ਦੇ ਅੰਦਰ ਜਿਹਨੇ ਜਪਿਆ ਉਸੇ ਨੂੰ ਹੀ ਫਲ ਮਿਲਣਾ ਹੈ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਕਲਯੁਗ ਦੇ ਵਿੱਚ ਕੇਵਲ ਪਰਮੇਸ਼ਰ ਦੀ ਭਗਤੀ, ਹਰੀ ਕੀਰਤੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪ, ਤਿਸ ਪੂਰਬ ਲਿਖੇ ਕਾ ਲੈਣਾ। ਜਿਨ੍ਹਾਂ ਨੇ ਜਪਿਆ ਹੈ ਕਲਯੁਗ ਦੇ ਵਿੱਚ ਉਹਨਾਂ ਦਾ ਉਧਾਰ ਹੋਇਆ ਹੈ। ਇੱਥੇ ਕੋਈ ਜਗ ਕਰਨ ਦਾ ਮਹਾਤਮ ਨਹੀਂ ਹੈ, ਨਾ ਹੀ ਇੱਥੇ ਕੋਈ ਪੂਜਾ ਕਰਨ ਦਾ ਮਹਾਤਮ ਹੈ। ਕੇਵਲ ਪ੍ਰਭੂ ਭਗਤੀ, ਕੇਵਲ ਪਰਮੇਸ਼ਰ ਦਾ ਨਾਮ ਜਪਣਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਇਹ 36 ਅੱਖਰਾਂ ਦਾ ਅਜੱਪਾ ਜਪ ਜਪਿਆ ਹੈ, ਉਹਨਾਂ ਨੂੰ ਸਭ ਸੁੱਖ ਪ੍ਰਾਪਤ ਹੋਏ। ਸਕਲ ਵਿਘਨ ਦੇ ਖਾਪ, ਸਾਰੇ ਹੀ ਵਿਘਨ ਉਹਨਾਂ ਦੇ ਮਿਟ ਜਾਂਦੇ, ਨਾਸ਼ ਹੋ ਜਾਂਦੇ ਹਨ। ਕਾਰਜ ਹੋਏ ਬੰਧਨ ਟੁਟੈ, ਸ੍ਰੀ ਮੁਖ ਗੁਰੂ ਪ੍ਰਤਾਪ। ਕਾਰਜ ਸਿੱਧ ਹੁੰਦੇ ਹਨ ਔਰ ਬੰਧਨ ਜਿਹੜੇ ਹਨ ਉਹਦੇ ਟੁੱਟਦੇ ਹਨ।
ਬੰਧਨ ਕਾਹਦੇ ਆ? ਜੰਜਾਲ ਪਏ ਹੋਏ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਆਵਾਗਾਉਣ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਸ੍ਰੀ ਮੁਖ ਗੁਰ ਪ੍ਰਤਾਪ, ਸਤਿਗੁਰਾਂ ਦੇ ਮੁਖ ਰਾਹੀਂ ਇਹ ਮਹਿਮਾ ਹੈ ਸ੍ਰੀ ਜਪਜੀ ਸਾਹਿਬ ਦੇ ਮਹਾਤਮ ਦੀ। ਬ੍ਰਾਹਮਣ ਵਿਦਿਆ ਯੁਤ ਫੜੈ, ਏਕ ਭਾਗ ਦੋਏ ਮੂੜ। ਬ੍ਰਾਹਮਣ ਵਿਦਿਆ ਉਚਾਰਨ ਕਰਦਾ ਹੈ, ਪੜ੍ਹਦਾ ਹੈ, ਔਰ ਉਹਦਾ ਜਿਹੜਾ ਫਲ ਹੈ, ਕਹਿਣ ਲੱਗੇ ਕੇਵਲ ਬ੍ਰਾਹਮਣ ਕਹਿੰਦਾ ਹੈ ਇਹ ਮੈਨੂੰ ਹੀ ਮਿਲਣਾ ਹੈ। ਛਤਰੀ ਤ੍ਰੈ ਸ਼ੂਦਰ ਚਤੁਰ, ਸਾਢੇ ਤ੍ਰੈ ਵਿਸ਼ਕੂੜ। ਔਰ ਜਿਹੜਾ ਖੱਤਰੀ ਹੈ ਅਤੇ ਸ਼ੂਦਰ ਹੈ, ਹੁਣ ਨਾ ਤਾਂ ਖੱਤਰੀ ਜਿਹੜਾ ਹੈ ਉਹ ਵਿਦਿਆ ਪੜ੍ਹ ਸਕਦਾ, ਨਾ ਪੜ੍ਹਾ ਸਕਦਾ, ਨਾ ਖੱਤਰੀ ਜਿਹੜਾ ਹੈ ਦਾਨ ਲੈ ਸਕਦਾ। ਇਹ ਵੀ ਕੇਵਲ 6 ਤਰ੍ਹਾਂ ਦਾ ਜਿਹੜਾ ਇਹ ਵਿਧੀ ਹੈ ਬ੍ਰਾਹਮਣ ਨੇ ਆਪਣੇ ਵੱਸ ਰੱਖੀ ਹੋਈ, ਆਪਣੇ ਹੱਥ ਰੱਖੀ ਹੋਈ। ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਦਾਨ ਦੇਣਾ, ਦਾਨ ਲੈਣਾ। ਕਹਿਣ ਲੱਗੇ ਇਹ ਜਿਹੜੇ ਗੁਣ ਨੇ ਬ੍ਰਾਹਮਣ ਨੇ ਆਪਣੇ ਵੱਸ ਰੱਖੇ ਹੋਏ। ਔਰ ਹੁਣ ਜਿਹੜਾ ਖੱਤਰੀ ਹੈ ਔਰ ਜਿਹੜਾ ਸ਼ੂਦਰ ਹੈ, ਇਹਨਾਂ ਤੋਂ ਇਹਨੂੰ ਵੱਖ ਰੱਖਿਆ ਹੋਇਆ ਹੈ। ਪੂਜਾ ਕੇਵਲ ਬ੍ਰਾਹਮਣ ਕਰ ਸਕਦਾ ਹੈ। ਗਿਆਨੀ ਧਿਆਨੀ ਜੋਗ ਧਰ, ਕਰਮੀ ਸੁਕ੍ਰਿਤ ਮਤ। ਜਿਹੜਾ ਗਿਆਨੀ ਹੈ, ਜਿਹਨੂੰ ਸੱਚ ਦਾ ਗਿਆਨ ਹੋ ਗਿਆ, ਔਰ ਜਿਹਨੂੰ ਗਿਆਨ ਹੋਇਆ ਉਸੇ ਦਾ ਹੀ ਧਿਆਨ ਜੁੜੇਗਾ ਪ੍ਰਭੂ ਭਗਤੀ ਦੇ ਵਿੱਚ। ਔਰ ਸਦੀਵ ਕਾਲ ਲਈ ਜੋਗ ਧਰ, ਜਿਹਦਾ ਧਿਆਨ ਜੁੜ ਗਿਆ ਉਹ ਜੋਗੀ ਹੈ, ਉਹ ਉਸੇ ਦਾ ਹੀ ਕਰਮ ਬਣਦਾ। ਮਹਾਰਾਜ ਜੀ ਕਹਿੰਦੇ ਔਰ ਸੁਕ੍ਰਿਤ, ਸਤਿਗੁਰੂ ਜੀ ਕਹਿੰਦੇ ਇਹ ਸ਼੍ਰੇਸ਼ਟ ਕਰਨੀ ਹੈ ਜਿਸ ਹਿਰਦੇ ਅੰਦਰ ਗਿਆਨ ਹੋ ਗਿਆ ਔਰ ਧਿਆਨ ਜੁੜ ਗਿਆ, ਜੋਗੀ ਹੋ ਗਿਆ, ਉਹਦਾ ਕਰਮ ਬਣ ਗਿਆ, ਉਹਦੀ ਸ਼੍ਰੇਸ਼ਟ ਕਰਨੀ ਬਣ ਗਈ। ਉਤਨਾ ਹੀ ਲਿਖਿਆ ਸਹੀ, ਜੇ ਗੁਰ ਸ਼ਰਧਾ ਸਿੱਧ। ਮਹਾਰਾਜ ਜੀ ਕਹਿੰਦੇ ਗਿਆਨੀ ਧਿਆਨੀ ਜੋਗੀ ਸੁਕ੍ਰਿਤ ਕਰਮੀ ਉਸ ਸਿੱਖ ਲਈ ਜਿਸ ਦੀ ਸ਼ਰਧਾ ਗੁਰੂ ਤੇ ਹੈ, ਜਿਹਦਾ ਗੁਰੂ ਤੇ ਪੂਰਨ ਭਰੋਸਾ ਹੈ। ਮਹਾਰਾਜ ਜੀ ਕਹਿੰਦੇ ਅਸੀਂ ਓਨਾ ਹੀ ਲਿਖਿਆ ਭਾਈ, ਜਿਨ੍ਹਾਂ ਨੂੰ ਪੂਰਨ ਭਰੋਸਾ ਬਣ ਜਾਏ, ਪੂਰਨ ਵਿਸ਼ਵਾਸ ਬਣ ਜਾਏ, ਉਹਨਾਂ ਨੂੰ ਸ੍ਰੀ ਜਪਜੀ ਸਾਹਿਬ ਦਾ ਜਪ ਜਿਹੜਾ ਹੈ, ਉਹਨਾਂ ਨੂੰ ਉਹਦੇ ਤੇ ਪੂਰਨ ਭਰੋਸਾ ਆ ਜਾਂਦਾ ਹੈ। ਗੁਰ ਪ੍ਰਸਾਦ ਲਗ ਮੁਕਤ ਮੈਂ, ਪੰਜ ਗਿਆਨ ਕੇ ਜੋਗ। ਗੁਰ ਪ੍ਰਸਾਦ ਤੱਕ ਇਹ ਗਿਆਨ ਦਾ ਜੋਗ ਹੈ। ਸਤਿਗੁਰੂ ਜੀ ਕਹਿੰਦੇ ਆਮ ਤੌਰ ਤੇ ਲੋਕ ਲੜਦੇ ਰਹਿੰਦੇ ਵੀ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਨਾ ਚਾਹੀਦਾ ਹੈ। ਹੁਣ ਕਈ ਕਹਿੰਦੇ ਗੁਰ ਪ੍ਰਸਾਦ ਤੱਕ ਪੜ੍ਹਨਾ ਚਾਹੀਦਾ ਹੈ। ਔਰ ਜੇ ਕੋਈ ਪੁੱਛੇ ਭਾਈ ਪੜ੍ਹਦਾ ਕੋਈ ਵੀ ਨਹੀਂ। ਹੁਣ ਜੇ ਜਪੋਗੇ, ਜਿਹੜਾ ਜਿੱਥੋਂ ਤੱਕ ਜਪੇਗਾ ਲਾਹਾ ਤਾਂ ਉਸੇ ਨੂੰ ਹੀ ਪ੍ਰਾਪਤ ਹੋਏਗਾ। ਵਾਦ ਵਿਵਾਦ ਵਿੱਚ ਪੈਣ ਦੀ ਲੋੜ ਨਹੀਂ। ਜਿੱਥੋਂ ਤੱਕ ਤੁਹਾਡਾ ਜੀ ਕਰਦਾ ਭਾਈ ਉੱਥੋਂ ਤੱਕ ਹੀ ਪੜ੍ਹ ਲਓ। ਫਲ ਤਾਂ ਪੜ੍ਹ ਕੇ ਹੀ ਮਿਲਣਾ ਹੈ, ਬਖਸ਼ਿਸ਼ ਤਾਂ ਪੜ੍ਹ ਕੇ ਪ੍ਰਾਪਤ ਹੋਣੀ ਹੈ। ਔਰ ਜੇ ਕੋਈ ਜਪੇ ਲਾਹਾ ਵੀ ਉਸੇ ਨੂੰ ਹੀ ਮਿਲੇਗਾ। ਇਸ ਕਰਕੇ ਐਂ ਕੋਈ ਪੁੱਛਦਾ ਰਹੇ ਵੀ ਕਿੱਥੋਂ ਤੱਕ ਪੜ੍ਹੀਏ ਜੀ, ਪੜ੍ਹਨਾ ਕਦੇ ਹੈ ਨਹੀਂ, ਜਪਣਾ ਕਦੇ ਹੈ ਨਹੀਂ। ਇਸੇ ਵਾਦ ਵਿਵਾਦ ਦੀ ਫਲਾਣਾ ਤਾਂ ਇੱਥੋਂ ਤੱਕ ਪੜ੍ਹਦਾ, ਫਲਾਣਿਆਂ ਨੇ ਐਂ ਕਿਹਾ ਮੈਂ ਆਹ ਪਾਠ ਕਰਾਂ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਜਪੇਗਾ, ਸਤਿਗੁਰੂ ਜੀ ਕਹਿੰਦੇ ਜਿਹੜਾ 35 ਅੱਖਰ ਜਪੇਗਾ, ਹੁਣ 35 ਤਾਂ ਅਕਾਲ ਮੂਰਤ ਤੱਕ ਬਣਦੇ, 36 ਬਣਦੇ ਗੁਰ ਪ੍ਰਸਾਦ ਤੱਕ। ਹੁਣ ਜਿਹੜਾ ਭਾਈ ਜਪੇ ਲਾਹਾ ਤਾਂ ਉਸੇ ਨੂੰ ਹੀ ਪ੍ਰਾਪਤ ਹੋਣਾ ਹੈ। ਹਿਰਦੇ ਸ਼ੋਧਨ ਸੰਗ੍ਰਹ ਮੈਂ, 25 ਲਗ ਸੰਜੋਗ। ਹਿਰਦਾ ਸ਼ੁੱਧ ਹੁੰਦਾ ਹੈ ਔਰ ਸਦੀਵ ਕਾਲ ਲਈ ਜਿਹੜਾ ਜਪੇ ਉਹਦਾ ਪਰਮੇਸ਼ਰ ਨਾਲ ਸੰਜੋਗ ਬਣ ਜਾਂਦਾ ਹੈ, ਸਦੀਵ ਕਾਲ ਲਈ ਜੁੜ ਜਾਂਦਾ ਹੈ। ਇਹ ਸਤਿਗੁਰੂ ਜੀ ਮਹਿਮਾ ਸ੍ਰੀ ਜਪਜੀ ਸਾਹਿਬ ਜੀ ਦੀ ਬਿਆਨ ਕਰ ਰਹੇ। ਅੱਗੇ ਸਤਿਗੁਰੂ ਜੀ ਹੋਰ ਬਖਸ਼ਿਸ਼ ਕਰਦੇ ਹਨ। ਕੱਲ੍ਹ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰਾਂਗੇ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਮਨ ਵਿੱਚ ਵਸੇ, ਸਾਡਾ ਜੀਵਨ ਸਵਰੇ। ਸ੍ਰੀ ਜਪਜੀ ਸਾਹਿਬ ਦਾ ਜਪ, ਮੂਲ ਮੰਤਰ ਦਾ ਜਪ ਵੱਧ ਤੋਂ ਵੱਧ ਜਪੀਏ ਤਾਂ ਕਿ ਆਪਣੇ ਜੀਵਨ ਨੂੰ ਸਵਾਰ ਸਕੀਏ। ਲੋਕ ਸੁਖੀ ਪਰਲੋਕ ਸੁਹੇਲੇ,
ਨਾਨਕ ਹਰ ਪ੍ਰਭ ਆਪੈ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵੈ ਦਿਨ ਰਾਤ, ਗੁਣ ਗਾਵੈ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੇ ਹੋ, ਨਾਨਕ ਚਾਹੇ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਪੀ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ, ਆਧਾਰ, ਹੇ ਠਾਕੁਰ ਹਉ ਦਸਰੋ, ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਖੋਈਐ ਪਰੋਇ, ਆਏ ਪ੍ਰਭ ਸ਼ਰਨਾਗਤੀ, ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਸਭ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ, ਸਗਲ ਦੁਆਰ ਕਉ ਛਾੜ ਕੇ, ਤੁਹਾਰ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾੜ ਕੇ, ਤੁਹਾਰ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।